ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਜੋ ਮਹਾਰਾਜ ਦੀ ਇਹ ਮਹਾਨ ਰਹਿਮਤ ਹੋਈ ਕਿ ਸ਼ਾਮ ਦੇ ਸਮੇਂ ਮਹਾਰਾਜ ਨੇ ਆਪਣੇ ਦਰ ਘਰ ਦੀ ਹਾਜ਼ਰੀ ਭਰਨ ਦਾ ਸਮਾਂ ਸਤਸੰਗ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਆਪ ਜੀ ਸਰਬੱਤ ਮਾਈ ਭਾਈ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸੋਹਣਾ ਸੁੰਦਰ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਬਹੁਤ ਹੀ ਸਤਿਕਾਰਯੋਗ ਤਰੇਹਣ ਵੰਸ਼ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਉਹਨਾਂ ਦੁਆਰਾ ਰਚਿਤ ਜੋ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਪ੍ਰਸੰਗ, ਕੱਲ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਪ੍ਰਸੰਗ ਜੀਵਨ ਕਥਾ ਜੋ ਹੈ ਆਰੰਭ ਹੋਈ ਹੈ। ਤੋਂ ਪਹਿਲੇ ਘਰ ਦਾ ਪ੍ਰਸੰਗ ਆਪਾਂ ਇੱਥੇ ਤੱਕ ਸਰਵਣ ਕੀਤਾ ਹੈ। ਪਹਿਲਾਂ ਦਸਾਂ ਪਾਤਸ਼ਾਹੀਆਂ ਦਾ ਅਕਾਲ ਪੁਰਖ ਪਰਮੇਸ਼ਰ ਦਾ ਮੰਗਲ, ਉਪਰੰਤ ਕਵੀ ਦੀ ਬੇਨਤੀ, ਤੇ ਫਿਰ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਮਹਾਰਾਜ ਦਾ ਜੀਵਨ ਆਰੰਭ ਕਰਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਕੱਖਾਂ ਦੀ ਕੁਟੀਆ ਕੁੱਲੀ ਬਣਾ ਕਰਕੇ ਰੋੜਾਂ ਦੀ ਵਿਛਾਈ ਕਰਕੇ ਮਹਾਰਾਜ ਬੈਠ ਕਰਕੇ ਤਪ ਕਰਦੇ ਰਹੇ। ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਬਿਨਾਂ ਵਿਆਕਲ ਹਨ। ਫਿਰ ਬਾਬਾ ਬੁੱਢਾ ਜੀ, ਭਾਈ ਜੱਤਾ ਰੰਧਾਵਾ, ਹੋਰ ਪ੍ਰਮੁੱਖ ਸਿੱਖ ਖਡੂਰ ਸਾਹਿਬ ਪਹੁੰਚੇ ਹਨ। ਮਾਤਾ ਸਭਰਾਈ ਨੂੰ ਕਿਹਾ, ਮਾਤਾ ਜੀ ਗੁਰੂ ਸਾਹਿਬ ਬਾਰੇ ਕਿਰਪਾ ਕਰਕੇ ਦੱਸੋ, ਕਿੱਥੇ ਹਨ, ਅਸੀਂ ਉਹਨਾਂ ਦੇ ਦਰਸ਼ਨ ਕਰਨੇ ਹੈ। ਇੱਥੇ ਤੱਕ ਆਪਾਂ ਇਤਿਹਾਸ ਸਰਵਣ ਕੀਤਾ ਹੈ। ਆਓ ਅਗਲੀ ਕਥਾ ਪ੍ਰੇਮ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਾਤਾ ਸਭਰਾਈ ਤਬੈ ਆਦਰ ਦੀਨ ਬਿਠਾਏ। ਮਾਤਾ ਸਭਰਾਈ ਜੀ ਨੇ ਸਭ ਨੂੰ ਆਦਰ ਦੇ ਸਹਿਤ ਉਸ ਸਮੇਂ ਕੋਲ ਬਿਠਾਇਆ ਹੈ। ਹਮ ਜਾਣੈ ਕਰਤਾਰਪੁਰ ਤੁਮ ਬੁਝੋ ਹਮ ਪਾਏ। ਮਾਤਾ ਜੀ ਕਹਿਣ ਲੱਗੇ ਵੀ ਅਸੀਂ ਤਾਂ ਇਹ ਸਮਝ ਰਹੇ ਹਾਂ ਕਿ ਗੁਰੂ ਸਾਹਿਬ
ਸ੍ਰੀ ਕਰਤਾਰਪੁਰ ਸਾਹਿਬ ਗਏ ਹੋਏ ਹਨ ਤੇ ਤੁਸੀਂ ਸਾਨੂੰ ਇੱਥੇ ਆ ਕੇ ਪੁੱਛ ਰਹੇ ਹੋ। ਚੌਪਈ ਜੋ ਸੁਨ ਸਭ ਮਨ ਭਇਓ ਨਿਰਾਸਾ। ਇਹ ਸੁਣ ਕਰਕੇ ਸਭ ਦੇ ਮਨ ਵਿੱਚ ਨਿਰਾਸ਼ਤਾ ਹੋਈ। ਇੱਥੇ ਤੇ ਮਾਤਾ ਸਭਰਾਈ ਜੀ ਨੂੰ ਵੀ ਨਹੀਂ ਪਤਾ ਹੈ ਕਿੱਥੇ ਹਨ ਸਤਿਗੁਰੂ ਜੀ, ਕਿਵੇਂ ਦਰਸ਼ਨ ਹੋਣਗੇ। ਨਿਕਸੇ ਬਾਹਰ ਤਜਿਓ ਆਵਾਸਾ। ਤਾਂ ਫਿਰ ਘਰ ਛੱਡਿਆ, ਭਾਵ ਘਰ ਤੋਂ ਬਾਹਰ ਨਿਕਲੇ ਹਨ। ਪੁਰ ਬਾਹਰ ਬਿਟਪਨ ਕੇ ਤਰੇ। ਤੇ ਬਾਹਰ ਬਿਟਪਨ ਦੇ ਕੇ ਤਰੇ, ਦਰਖਤਾਂ ਦਾ ਥੱਲੇ, ਬਿਟ ਨਾਮ ਬੋਹੜ ਦਾ ਵੀ ਹੈ। ਤੋ ਦਰਖਤਾਂ ਦੇ ਥੱਲੇ ਬੈਠ ਗਏ। ਬੈਠੇ ਸਭ ਅਸਮੰਜਸ ਕਰੇ। ਤੇ ਬੈਠ ਕਰਕੇ ਸਾਰੇ ਅਸਮੰਜਸ, ਸ਼ੰਕਾ ਹੈਰਾਨੀ ਜੀ ਕਰ ਰਹੇ ਹਨ। ਕਿਸ ਬਿਧ ਅਬ ਗੁਰ ਦਰਸ਼ਨ ਪਾਵੈ। ਕਿ ਕਿਸ ਤਰੀਕੇ ਨਾਲ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨ ਕਰੀਏ। ਦਰਸ਼ਨ ਬਿਨ ਕਿਮ ਭਉਨ ਸਿਧਾਵੈ। ਦਰਸ਼ਨ ਕੀਤੇ ਤੋਂ ਬਿਨਾ ਘਰ ਨੂੰ ਕਿਸ ਤਰ੍ਹਾਂ ਜਾਈਏ। ਸ੍ਰੀ ਬੁੱਢਾ ਕਹਿ ਸੁਨ ਹੋ ਭਾਈ। ਤਾਂ ਬਾਬਾ ਬੁੱਢਾ ਜੀ ਕਹਿਣ ਲੱਗੇ ਵੀ ਹੇ ਭਾਈ ਗੁਰਸਿੱਖੋ, ਸੁਣੋ ਬਾਤ। ਗੁਰ ਨਾਨਕ ਇੱਛ ਪੂਰ ਕਰਾਈ। ਕਿ ਗੁਰੂ ਨਾਨਕ ਦੇ ਮਹਾਰਾਜ ਉਹ ਆਪ ਹੀ ਸਾਰਿਆਂ ਦੀ ਇੱਛਾ ਪੂਰੀ ਕਰਨਗੇ। ਅਸ ਕਹਤੇ ਭਾ ਦਿਨ ਮਧਿਆਨ। ਇਸ ਤਰ੍ਹਾਂ ਕਹਿੰਦਿਆਂ ਹੋਇਆਂ ਜਿਹੜਾ ਦਿਨ ਦਾ ਮੱਧ ਆ ਗਿਆ ਹੈ, ਭਾਵ ਦੁਪਹਿਰ ਆ ਗਈ। ਤਬ ਸਭ ਹਨ ਕੇ ਨੈਣ ਲਸਾਨ। ਤਾਂ ਉਸ ਸਮੇਂ ਸਭ ਦੇ ਮਨ ਇਹ ਹੋਇਆ ਕਿ ਕੁਝ ਸਮਾਂ ਆਰਾਮ ਕਰੋ। ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਇਕੱਠੀਆਂ ਹੋਈਆਂ ਤੇ ਇਸ ਤਰ੍ਹਾਂ ਭਾਈ ਆਪਾਂ ਕੁਝ ਸਮਾਂ ਆਰਾਮ ਕਰ ਲਈਏ। ਤਾਂ ਸਭ ਦੇ ਜਿਹੜੇ ਨੈਣ ਹਨ, ਨੇਤਰ ਨੇ, ਉਹ ਅਲਸਾਏ ਹਨ, ਭਾਵ ਨੀਂਦ ਵਾਲੀਆਂ ਅੱਖਾਂ ਹੋਈਆਂ ਹਨ। ਬੁੱਢੇ ਕੋ ਤਬ ਸੁਪਨੋ ਆਇਓ। ਤਾਂ ਬਾਬਾ ਬੁੱਢਾ ਜੀ ਨੂੰ ਇਸ ਤਰ੍ਹਾਂ ਸੁਪਨੇ ਦੇ ਵਿੱਚ ਸੁਪਨਾ ਆਇਆ ਹੈ। ਗੁਰੂ ਮਹਾਰਾਜ ਨੇ ਦਰਸ਼ਨ ਦਿੱਤੇ। ਗੁਰ ਨਾਨਕ ਜੀ ਦਰਸ ਦਿਖਾਇਓ। ਬਾਬਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣਾ ਦਰਸ਼ਨ ਦਿੱਤਾ ਹੈ। ਕਹਿਓ ਕਿ ਚਿੰਤਾ ਮਤ ਕਰ ਭਾਈ। ਭਾਈ ਤੁਸੀਂ ਇਹ ਕਿਹਾ ਵੀ ਐ ਬੁੱਢੇ, ਭਾਈ ਤੁਸੀਂ ਕੋਈ ਵੀ ਚਿੰਤਾ ਨਹੀਂ ਕਰਨੀ ਹੈ। ਨਿਕਟ ਤੁਮਾਰ ਕੁਟੀ ਤ੍ਰਿਣ ਆਹੀ। ਅੱਜ ਜਿੱਥੇ ਤੁਸੀਂ ਜੰਗਲ ਦੇ ਵਿੱਚ ਦਰਖਤਾਂ ਥੱਲੇ ਬੈਠੇ ਹੋ, ਇੱਥੇ ਨੇੜੇ ਹੀ ਤੁਹਾਡੇ ਕੋਲ ਇੱਕ ਘਾਹ ਦੀ ਕੁਟੀਆ ਹੈ, ਛੰਨ ਪਾਈ ਹੋਈ ਹੈ। ਤਾ ਮਹਿ ਰੂਪ ਹਮਾਰਾ ਜਾਨੋ। ਉਸ ਕੁਟੀਆ ਵਿੱਚ ਹੀ ਤੁਸੀਂ, ਗੁਰੂ ਨਾਨਕ ਦੇ ਮਹਾਰਾਜ ਨੇ ਦਰਸ਼ਨ ਦੇ ਕੇ ਕਿਹਾ ਕਿ ਬਾਬਾ ਬੁੱਢਾ ਜੀ ਸਾਡਾ ਜਿਹੜਾ ਸਰੂਪ ਹੈ, ਭਾਵ ਗੁਰੂ ਅੰਗਦ ਦੇਵ ਜੀ, ਉਸ ਵਿੱਚ ਜਾਣ ਲਓ। ਕਰ ਦਰਸ਼ਨ ਮਨ ਹਰਖ ਸੁਠਾਨ। ਉੱਥੇ ਦਰਸ਼ਨ ਕਰਕੇ ਆਪਣੇ ਮਨ ਵਿੱਚ ਆਨੰਦ ਖੁਸ਼ੀ ਮਾਣੋ। ਅਸ ਕਹਿ ਭੇ ਗੋਰੇ ਅੰਤਰ ਧਿਆਨ। ਇਸ ਤਰ੍ਹਾਂ ਬਾਬਾ ਬੁੱਢਾ ਜੀ ਨੂੰ ਕਹਿ ਕੇ ਗੁਰੂ ਪਾਤਸ਼ਾਹ ਗੁਰੂ ਨਾਨਕ ਦੇ ਮਹਾਰਾਜ ਫਿਰ ਅੰਤਰ ਧਿਆਨ ਹੋ ਗਏ। ਤਜ ਨਿੰਦਰਾ ਬ੍ਰਿਧ ਭੇ ਸਾਵਧਾਨ। ਉਸੇ ਸਮੇਂ ਬਾਬਾ ਬੁੱਢਾ ਜੀ ਉੱਠ ਖੜੋਤੇ, ਨਿੰਦਰਾ ਤਿਆਗੀ ਸਾਵਧਾਨ ਹੋਏ ਹਨ। ਕਹਿਓ ਸਭਨ ਕੋ ਚਿੰਤ ਤਿਆਗੋ। ਸਾਰੀਆਂ ਸੰਗਤਾਂ ਨੂੰ ਕਿਹਾ ਉੱਠੋ ਭਾਈ, ਚਿੰਤਾ ਛੱਡ ਦੇਵੋ। ਦਰਸ਼ਨ ਹੋਏ ਗੁਰੂ ਵੱਡ ਭਾਗੋ। ਹੁਣ ਸਾਰਿਆਂ ਨੂੰ ਜਿਹੜਾ ਹੈ ਗੁਰੂ ਸਾਹਿਬ ਜੀ ਦੇ ਵੱਡੇ ਭਾਗਾਂ ਵਾਲਿਓ ਦਰਸ਼ਨ ਹੋਣਗੇ। ਉੱਠਿਓ ਆਪ ਸੰਗ, ਉੱਠਿਓ ਆਪ ਸੰਗ ਸਭ ਲੀਨੇ। ਉੱਠਿਓ ਆਪ ਸੰਗ ਸਭ ਲੀਏ। ਬਾਬਾ ਬੁੱਢਾ ਜੀ ਉੱਠੇ ਹਨ, ਨਾਲ ਸਾਰੀਆਂ ਸਿੱਖ ਸੰਗਤਾਂ ਨੂੰ ਲਿਆ ਹੈ। ਇਤ ਉਤ ਫਿਰ ਤ੍ਰਿਣ ਕੁਟੀ ਦਖੀਏ।
ਇਧਰ ਉਧਰ ਜੰਗਲ ਵਿੱਚ ਫਿਰੇ, ਦੇਖਿਆ ਇੱਕ ਘਾਹ ਦੀ ਕੁਟੀਆ ਦੇਖੀ ਹੈ। ਦੇਖ ਤਾਹੇ ਮਨ ਹਰਖ ਬਢਾਇਓ। ਉਸ ਕੁਟੀਆ ਨੂੰ ਵੇਖ ਕੇ ਮਨ ਦੇ ਵਿੱਚ ਖੁਸ਼ੀ ਵਧਾਈ ਹੈ। ਜਾਣਿਓ ਗੋਰੇ ਅੰਗਦ ਅਬ ਪਾਇਓ। ਇਉਂ ਜਾਣ ਲਿਆ ਕਿ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਹੁਣ ਪ੍ਰਾਪਤੀ ਹੋ ਗਈ, ਭਾਵ ਮਹਾਰਾਜ ਮਿਲ ਗਏ। ਦੋਹਰਾ ਨਿਕਟ ਜਾਏ ਦੇਖਿਓ ਜਬੈ, ਚਾਹੋ ਦਿਸ ਤੇ ਦਰ ਨਾਹੀ। ਨੇੜੇ ਜਾ ਕਰਕੇ ਵੇਖਿਆ ਕਿ ਚਾਰੇ ਪਾਸਿਓਂ ਬੰਦ ਕੀਤੀ ਹੈ, ਕੋਈ ਦਰਵਾਜ਼ਾ ਉਸਦਾ ਨਹੀਂ, ਖੁੱਲਾ ਨਹੀਂ ਹੈ। ਠਾਡੇ ਅੰਚਰ ਡਾਰ ਗਰ, ਅਸ ਬਿਦ ਬਿਨੈ ਕਰਾਹੇ। ਤਾਂ ਭਾਈ ਗਲ ਵਿੱਚ ਪੱਲਾ ਪਾ ਕਰਕੇ ਸਾਰੇ ਖੜ ਗਏ ਇਸ ਤਰ੍ਹਾਂ। ਫਿਰ ਬੇਨਤੀ ਕੀਤੀ ਹੈ, ਸਵਈਆ ਆਪ ਅਲੋਪ ਭਏ ਜਬ ਤੇ। ਕਿਹੇ ਪਾਤਸ਼ਾਹ ਸਤਿਗੁਰੂ ਜੀ, ਜਦੋਂ ਤੋਂ ਤੁਸੀਂ ਅਲੋਪ ਹੋਏ ਹੋ, ਤਬ ਤੇ ਬਹੁ ਵਿਆਕਲ ਦੇਖੇ ਬਿਨਾ। ਤਦ ਤੋਂ ਤੁਹਾਡੇ ਦਰਸ਼ਨ ਕੀਤੇ ਬਿਨਾ ਸੀ ਤੇ ਬਹੁਤ ਵਿਆਕਲ ਹਾਂ। ਆਨ ਭਏ ਤੁਮ ਗੋਪ ਇਹਾਂ। ਤੁਸੀਂ ਤੇ ਮਹਾਰਾਜ ਜੀ ਹੈ ਗੁਰੂ ਅੰਗਦ ਦੇ ਪਾਤਸ਼ਾਹ ਇੱਥੇ ਆ ਕਰਕੇ ਗੁਪਤ ਬੈਠ ਗਏ। ਕਿਤ ਸੰਗਤ ਜਾਏ ਅਧੀਰ ਮਨਾ। ਪਰ ਜਿਹੜੀ ਸੰਗਤ ਹੈ ਉਹਨਾਂ ਦੇ ਮਨ ਨੂੰ ਧੀਰਜ ਨਹੀਂ ਹੈ। ਸੰਗਤਾਂ ਕਿਰਪਾ ਕਰੋ ਦੱਸੋ ਕਿੱਧਰ ਜਾਣ। ਖੋਜ ਫਿਰੇ ਬਹੁ ਚਿੰਤ ਕਰੇ। ਅਸੀਂ ਬਹੁਤ ਭਾਲਦੇ ਰਹੇ, ਮਨ ਵਿੱਚ ਚਿੰਤਾ ਕਰਦੇ ਹਾਂ। ਨਹਿ ਦੇਖਤ ਭੇ ਕਿਸ ਥਾਨ ਜਨਾ। ਅਸੀਂ ਤਾਂ ਸੇਵਕਾਂ ਨੂੰ ਕਿਸੇ ਥਾਂ ਵੀ ਤੁਹਾਡੇ ਦਰਸ਼ਨ ਨਹੀਂ ਹੋਏ। ਆਵੋ ਬਾਹਰ ਰੂਪ ਦਿਖਾਵੋ। ਕਿਰਪਾ ਕਰਕੇ ਮਹਾਰਾਜ ਬਾਹਰ ਆਓ, ਆਪਣਾ ਦਰਸ਼ਨ ਸਰੂਪ ਦਿਖਾਵੋ। ਸੇਵਹਿ ਸਿੱਖ ਆਨੰਦ ਘਨਾ। ਤਾਂ ਕਰਕੇ ਗੁਰਸਿੱਖ ਤੁਹਾਨੂੰ ਸੇਵਣ ਤੇ ਬਹੁਤਾ ਆਨੰਦ ਮਾਨਣ। ਯੋ ਬੇਨਤੀ ਕਰ ਫੇਰ ਬੁੱਢੇ। ਇਸ ਤਰ੍ਹਾਂ ਬੇਨਤੀ ਕਰਕੇ ਫੇਰ ਬਾਬਾ ਬੁੱਢਾ ਜੀ ਨੇ ਕੱਛ ਦੂਰ ਕੀਏ ਤ੍ਰਿਣ ਮਾਰਗ ਕੀਨਾ। ਕੁਝ ਘਾਹ ਨੂੰ ਪਾਸੇ ਕੀਤਾ ਤੇ ਇੱਕ ਪਾਸਿਓਂ ਘਾਹ ਤੋੜ ਕੇ ਛੰਨ ਵਿੱਚ ਰਸਤਾ ਬਣਾ ਲਿਆ ਹੈ। ਬੈਠੇ ਸਮਾਧ ਅਗਾਧ ਕਰੇ। ਇਸ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਸਮਾਧੀ ਵਿੱਚ ਅਗਾਧ ਕਹੀਏ ਡੂੰਘੀ ਸਮਾਧੀ ਵਿੱਚ ਸਤਿਗੁਰੂ ਜੀ ਬੈਠੇ ਹਨ। ਕੈਲਾਸ਼ ਕੇ ਉੱਪਰ ਸੰਭ ਅਸੀਨਾ। ਜਿਵੇਂ ਗੁਰਮੁਖੋ ਸ਼ਿਵਾ ਦੀ ਜਿਹੜੀ ਸਮਾਧੀ ਹੈ ਨਾ, ਉਹਨੂੰ ਬਹੁਤ ਗਹਿਰੀ ਸਮਾਧੀ ਗ੍ਰੰਥਾਂ ਵਿੱਚ ਲਿਖਿਆ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਜਦੋਂ ਫਿਰ ਉਦਾਹਰਨ ਦਿੱਤੀ ਤਾਂ ਸ਼ਿਵਾ ਦੀ ਸਮਾਧੀ ਦੀ ਧਿਆਨ ਦੀ, ਕਿ ਜਿਹੜਾ ਰੁਦਰ ਸ਼ਿਵ ਦਾ ਧਿਆਨ ਹੈ ਬਹੁਤ ਗਹਿਰਾ ਹੈ। ਭੱਟ ਕਹਿੰਦੇ ਨੇ, ਹੇ ਗੁਰੂ ਅੰਗਦ ਦੇ ਪਾਤਸ਼ਾਹ ਜੀ, ਤੁਹਾਡੀ ਹੇ ਗੁਰੂ ਅਮਰਦਾਸ ਮਹਾਰਾਜ, ਤੁਹਾਡੀ ਮਹਿਮਾ ਨੂੰ ਕੋਈ ਗੁਣਾ ਨੂੰ ਜਾਣ ਨਹੀਂ ਸਕਦਾ। ਘਨ ਹਰ ਬੂੰਦ ਬਸੋ ਰੁਮਾਵਲ। ਜਿਵੇਂ ਮੀਂਹ ਪੈਂਦਾ ਹੋਵੇ, ਬੂੰਦਾਂ ਨਹੀਂ ਗਿਣੀਆਂ ਜਾ ਸਕਦੀਆਂ। ਧਰਤੀ ਤੇ ਕਿੰਨੀ ਰੁਮਾਵਲੀ ਹੈ, ਉਹਦੀ ਕੋਈ ਗਿਣਤੀ ਨਹੀਂ ਹੋ ਸਕਦੀ। ਕੁਸਮ ਬਸੰਤ ਗਨੰਤ ਨਾ ਆਵੇ। ਤੇ ਬਸੰਤ ਰੁੱਤ ਦੇ ਫੁੱਲਾਂ ਦੀ ਗਿਣਤੀ ਨਹੀਂ ਆਉਂਦੀ ਹੈ। ਇਸੇ ਤਰ੍ਹਾਂ ਰੁਦਰ ਧਿਆਨ ਗਿਆਨ ਸਤਿਗੁਰ ਕਿਸੇ ਹੀ ਫਿਰ ਸਵਈਏ ਵਿੱਚ ਇਹ ਕਿਹਾ ਵੀ ਇਸੇ ਤਰ੍ਹਾਂ ਸ਼ਿਵ ਦਾ ਧਿਆਨ ਜਿਹੜਾ ਹੈ ਉਹਦੇ ਕੋਈ ਅੰਤ ਨਹੀਂ ਪਾ ਸਕਦਾ। ਕਿੰਨਾ ਗਹਿਰਾ ਗੁਰੂ ਦੇ ਗਿਆਨ ਦਾ ਅੰਤ ਨਹੀਂ। ਫਿਰ ਕਿਹਾ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਤੋ ਕਹਿਣ ਦਾ ਭਾਵ ਹੈ ਵੀ ਗੁਰੂ ਮਹਾਰਾਜ ਦੀ ਵਡਿਆਈ ਕਰਦੇ ਆ, ਪ੍ਰਮਾਣ ਦਿੱਤਾ ਨਾਲ ਕਿ ਰੁਦਰ ਧਿਆਨ। ਇੱਥੇ ਵੀ ਹੁਣ ਇਹ ਗੱਲ ਕਹੀ, ਕੈਲਾਸ਼ ਕੇ ਉੱਪਰ ਸੰਭ ਅਸੀਨਾ। ਜਿਵੇਂ ਇਉਂ ਮਹਾਰਾਜ ਸਮਾਧੀ ਅਗਾਧ ਸਮਾਧੀ ਵਿੱਚ ਬੈਠੇ ਐ। ਜਿਵੇਂ ਭਾਈ ਗੁਰਮੁਖੋ ਕੈਲਾਸ਼ ਪਰਬਤ ਦੇ ਉੱਤੇ ਜਿਹੜਾ ਸੰਭ ਨਾਮ ਹੈ ਸ਼ੰਭੂ ਦਾ, ਸ਼ਿਵ ਦਾ, ਜਿਵੇਂ ਉਹ ਕੈਲਾਸ਼ ਪਰਬਤ ਦੇ ਉੱਤੇ ਸ਼ੰਭੂ ਭਾਵ ਸ਼ਿਵ ਭਗਵਾਨ
ਜਿਹੜਾ ਹੈ ਅਸੀਨਾ, ਅਸੀਨਾ ਦਾ ਭਾਵ ਹੈ ਸਥਿਤ ਹੋ ਕੇ ਬੈਠਾ ਹੈ। ਸ਼ਾਂਤ ਬ੍ਰਿਤੀ ਸਮਦਾਏ ਰਖੀਕ, ਮਹਾਰਾਜ ਦੀ ਬਿਰਤੀ ਐਨ ਸ਼ਾਂਤ ਹੈ। ਸਮਦਾਏ ਰਖੀਕ, ਤੇ ਜੋ ਰਖੀਕ ਨਾਮ ਹੈ ਇੰਦਰੀਆਂ ਦਾ, ਸਮਦਾਏ ਕਹੀਏ ਇਕੱਠਾ ਕਰਨਾ, ਸਾਰੇ ਇੰਦਰੀਆਂ ਨੂੰ ਸੰਕੋਚ ਕਰਕੇ, ਜਿੰਨੇ ਵੀ ਕਰਮ ਇੰਦਰੇ ਗਿਆਨ ਇੰਦਰੇ ਹੈ ਸਾਰਿਆਂ ਨੂੰ ਸੰਕੋਚ ਕਰ ਸ਼ਾਂਤ ਬਿਰਤੀ ਵਿੱਚ ਬੈਠੇ। ਅਚੰਚਲ ਹੈ ਇੱਕ ਰੂਪ ਮੈਂ ਲੀਨਾ, ਚੰਚਲ ਹੈ ਆੜਾ ਲੱਗ ਗਿਆ ਅਚੰਚਲ, ਭਾਵ ਚੰਚਲਤਾ ਤੋਂ ਰਹਿਤ ਹੋ ਕਰਕੇ ਇੱਕ ਰੂਪ ਬ੍ਰਹਮ ਦੇ ਵਿੱਚ ਹੀ ਲੀਨ। ਗੁਰੂ ਨਾਨਕ ਨਿਰੰਕਾਰ ਰੂਪ ਵਿੱਚ ਲੀਨ ਹਨ। ਹੇਰ ਸਭੈ ਕਰ ਜੋਰ ਖਲੇ, ਤਾਂ ਵੇਖ ਕੇ ਸਾਰੇ ਹੱਥ ਜੋੜੀ ਖੜੇ ਹਨ। ਅਬ ਬੰਧਨ ਠਾਨਹਿ ਹੋਏ ਪ੍ਰਸੀਨਾ, ਇਸ ਤਰ੍ਹਾਂ ਭਾਈ ਅਬ ਬੰਧਨ ਕਰਦੇ ਐ, ਮਨ ਹਿਰਦੇ ਤੋਂ ਬੰਧਨਾ ਕਰਦੇ ਨੇ, ਔਰ ਪ੍ਰਸੀਨਾ ਪ੍ਰਸੰਨ ਹੋ ਰਹੇ ਹਨ। ਦਾਸ ਉਦਾਹਰਨ ਕੋ ਇਸ ਕਾਰਨ, हे ਪਾਤਸ਼ਾਹ ਜੀ ਸੇਵਕਾਂ ਦਾ ਉਧਾਰ ਕਰਨ ਦੇ ਵਾਸਤੇ ਇਸ ਤਰ੍ਹਾਂ ਆਪ ਗੁਰੂ ਨੇ ਦਈ ਗੁਰ ਗਾਦੀ, ਆਪ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ੀ ਹੈ। ਸੋ ਅਬ ਕਾਰਜ ਕਿਉਂ ਨਾ ਕਰੋ, ਤੋ ਮਹਾਰਾਜ ਉਹ ਕਾਰਜ ਆਪ ਜੀ ਹੁਣ ਕਿਉਂ ਨਹੀਂ ਕਰ ਰਹੇ, ਭਾਵ ਸਾਡਾ ਉਧਾਰ ਕਿਉਂ ਨਹੀਂ ਕਰਦੇ। ਪਰਮਾਰਥ ਕੇ ਹਿਤ ਸਿੱਖ ਆਬਾਦੀ, ਪਰਮਾਰਥ ਦੇ ਵਾਸਤੇ ਜਿੰਨੇ ਵੀ ਸਿੱਖ ਹਨ ਉਹ ਮਹਾਰਾਜ ਤੁਹਾਡੇ ਅੱਗੇ ਬੇਨਤੀਆਂ ਕਰਦੇ ਐ। ਤੋ ਸਿੱਖਾਂ ਨੂੰ ਪਰਮਾਰਥ ਦੇ ਸੁਧਾਰਨ ਵਾਸਤੇ, ਪਰਮਾਰਥ ਦਾ ਰਸਤਾ ਸਫਲ ਕਰਨ ਲਈ, ਪਰਮਾਰਥ ਦਾ ਭਾਵ ਕੀ ਹੁੰਦਾ ਹੈ? ਪਰਮ ਅਰਥ, ਦੋ ਸ਼ਬਦਾਂ ਦਾ ਜੋੜ ਹੈ। ਅਰਥ ਦਾ ਭਾਵ ਕੀ ਹੁੰਦਾ ਹੈ? ਮਤਲਬ ਜਿਵੇਂ ਆਪਾਂ ਕਹਿੰਦੇ ਫਲਾਣੇ ਬੰਦੇ ਦਾ ਅਰਥ ਸਰ ਗਿਆ, ਵੀ ਮੇਰਾ ਉਹਨੇ ਅਰਥ ਸਾਰਤਾ। ਮਤਲਬ ਜਿਹੜਾ ਸਾਡਾ ਉਦਮ ਪ੍ਰਯੋਜਨ ਕਹਿ ਲਓ, ਉਹਦੀ ਸਫਲਤਾ। ਇੱਕ ਤਾਂ ਹੁੰਦੇ ਆ ਦੁਨੀਆ ਦੇ ਅਰਥ ਪ੍ਰਯੋਜਨ, ਜਾਂ ਇਹ ਕਹੀਏ ਮਤਲਬ ਇੱਕ ਪਰਮਾਰਥ। ਪਰਮਾਰਥ ਜਿਹੜਾ ਹੈ ਇਹ ਹੈ ਧਰਮ ਦੇ ਉਦਮ ਦੀ ਸਫਲਤਾ। ਤੋ ਕਿਰਪਾ ਕਰਕੇ ਮਹਾਰਾਜੇ ਸਾਡਾ ਸਫਲ ਕਰੋ। ਦਾਸਨ ਕੋ ਉਪਦੇਸ਼ ਬਤਾਵੋ, ਆਪਣੇ ਸੇਵਕਾਂ ਨੂੰ ਮਹਾਰਾਜ ਜੀ ਉਪਦੇਸ਼ ਦੇਵੋ। ਨਾਮ ਜਪਾਵੋ ਜੇ ਪਰਮਾਦੀ, ਤੋ ਕਿਰਪਾ ਕਰਕੇ ਨਾਮ ਜਪਾਵੋ ਜੇ ਪਰਮਾਦੀ। ਪਰਮਾਦ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਹੈ, ਇਹ ਵੀ ਦੋ ਸ਼ਬਦਾਂ ਦਾ ਜੋੜ ਹੈ, ਪਰਮ ਆਦ। ਜਦੋਂ ਆਪਾਂ ਦੇਖਦੇ ਹਾਂ ਜਿਹੜੀ ਪੰਜਾਬੀ ਦੀ ਗੁਰਮੁਖੀ ਭਾਸ਼ਾ ਹੈ ਨਾ, ਜਿਹੜਾ ਕੰਨਾ ਹੈ ਉਹ ਕਈ ਜਗ੍ਹਾ ਆੜੇ ਦੀ ਥਾਂ ਤੇ ਵਰਤਿਆ ਹੈ। ਪਰਮ ਆਦ ਤੋਂ ਬਣ ਗਿਆ ਪਰਮਾਦੀ ਇਕੱਠਾ ਸ਼ਬਦ। ਪਰਮਾਦ ਕੌਣ ਹੈ? ਜੋ ਸਾਰਿਆਂ ਦਾ ਆਦ ਹੈ, ਉਹ ਹੈ ਆਦ ਸੱਚ, ਅਕਾਲ ਪੁਰਖ ਪਰਮੇਸ਼ਰ। ਨਾਮ ਜਪਾਵੋ ਜੇ ਪਰਮਾਦੀ, ਜੋ ਪਰਮ ਆਦ ਪਰਮੇਸ਼ਰ ਹੈ ਮਹਾਰਾਜ ਜੀ ਕਿਰਪਾ ਕਰੋ ਉਸ ਦਾ ਆਪਣੇ ਗੁਰਸਿੱਖਾਂ ਨੂੰ ਨਾਮ ਜਪਾਵੋ। ਸੰਗਤ ਬ੍ਰਿੰਦ ਕੀ ਪੰਗਤ ਮੈਂ ਥਿਤ, ਤੋ ਮਹਾਰਾਜ ਜੀ ਜੋ ਸੰਗਤਾਂ ਹਨ ਕਿਰਪਾ ਕਰਕੇ ਜਿੰਨੀਆਂ ਵੀ ਸੰਗਤਾਂ ਬ੍ਰਿੰਦ ਕਹੀਏ, ਸਾਰੀਆਂ ਸੰਗਤਾਂ ਦੀ ਪੰਗਤ, ਸੰਗਤਾਂ ਦੇ ਇਕੱਠ ਵਿੱਚ ਥਿਤ ਹੋਏ ਕਰੀਜੈ ਮੰਗਲ ਸ਼ਾਦੀ। ਤੋ ਆਪ ਜੀ ਸੰਗਤਾਂ ਵਿੱਚ ਬੈਠ ਕਰਕੇ ਗੁਰੂ ਮਹਾਰਾਜ ਜੀ ਮੰਗਲ ਕਰੋ। ਸ਼ਾਦੀ, ਸ਼ਾਹ ਨਾਲ ਸ਼ਾਦੀ ਦਾ ਅਰਥ ਵੀ ਖੁਸ਼ੀ ਹੈ। ਮੰਗਲ ਖੁਸ਼ੀਆਂ ਮਹਾਰਾਜ ਜੀ ਕਰੋ ਵਰਤਾਓ। ਦਾਸਨ ਕੀ ਬੇਨਤੀ ਸੁਣ ਕੇ, ਤੋ ਆਪਣੇ ਸੇਵਕਾਂ ਦੀ ਬੇਨਤੀ ਸੁਣ ਕਰਕੇ ਦਿਨ 40 ਬਾਅਦ ਸੋ ਬਾਹਰ ਆਏ। ਇਉਂ 40 ਦਿਨਾਂ ਬਾਅਦ ਫਿਰ ਮਹਾਰਾਜ ਨੂੰ 40 ਦਿਨ ਹੋ ਗਏ ਸੀ ਬੈਠਿਆਂ ਨੂੰ। ਫਿਰ ਭਾਈ ਉਸ ਛੰਨ ਕੁਟੀਆ ਵਿੱਚੋਂ ਮਹਾਰਾਜ ਬਾਹਰ ਆਏ ਹਨ। ਲਾਲ ਹੈ ਰੰਗ ਸੋ ਕੋਮਲ ਅੰਗ, ਮਹਾਰਾਜ ਦਾ ਜਿਹੜਾ ਚਿਹਰਾ ਹੈ ਉਹ ਲਾਲ ਪਿਆ ਹੈ, ਭਾਵ ਪੂਰਾ ਨਾਮ ਦੀਆਂ ਲਾਲੀਆਂ ਪਰਮੇਸ਼ਰ ਸਰੂਪ ਨੇ। ਸੋ ਕੋਮਲ ਅੰਗ,
ਅੰਗ ਦਾ ਭਾਵ ਹੈ ਸਰੀਰ। ਇਹ ਸਰੀਰ ਵੀ ਕੋਈ ਐ ਨਹੀਂ ਸਮਾਧੀ 'ਚ ਬੈਠਿਆਂ ਦਾ ਆਕੜ ਗਿਆ, ਐਨ ਕੋਮਲ ਨਰਮ ਹੈ। ਹੋਏ ਚਿੱਤ ਉਮੰਗ ਜੋ ਦਰਸ਼ਨ ਪਾਏ। ਜਿਹੜਾ ਵੀ ਮਹਾਰਾਜ ਦੇ ਦਰਸ਼ਨ ਕਰਦਾ ਹੈ ਉਹਦੇ ਚਿੱਤ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ। ਗੁਰ ਦੇਖਤ ਭੇ ਸਭ ਦਾਸਨ ਕੋ। ਹੁਣ ਗੁਰੂ ਸਾਹਿਬ ਗੁਰੂ ਅੰਗਦ ਦੇ ਮਹਾਰਾਜ ਆਪਣੇ ਸਾਰੇ ਸਿੱਖ ਸੇਵਕਾਂ ਨੂੰ ਵੇਖ ਰਹੇ ਨੇ। ਗੁਰ ਨਾਨਕ ਪਾਸ ਜੋ ਥੇ ਸਮੁਦਾਇ। ਜਿਹੜੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਸਾਰੇ ਇਹ ਸੇਵਾ ਕਰਦੇ ਰਹੇ। ਪ੍ਰੇਮ ਪ੍ਰਵਾਹੇ ਵਧਿਓ ਉਰ ਮੈਂ। ਤੇ ਬਹੁਤ ਹੀ ਪ੍ਰੇਮ ਪ੍ਰਵਾਹ ਹਿਰਦੇ ਵਿੱਚ ਵਧਿਆ, ਕਿਉਂਕਿ ਪਹਿਲਾਂ ਉਹਨਾਂ ਹੀ ਗੁਰਸਿੱਖਾਂ ਨਾਲ ਦੇਖੋ ਮਹਾਰਾਜ ਨੇ ਸਿੱਖ ਰੂਪ ਹੋ ਕੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਸੇਵਾ ਕੀਤੀ, ਗੁਰ ਭਾਈ ਰੂਪ ਹੋ ਕੇ ਰਹੇ। ਪਰ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ ਫਿਰ ਗੁਰਮੁਖੋ ਜਿਹੜੇ ਜਿੰਨੇ ਵੀ ਹੈ ਇਹੀ ਜਿਹੜੀਆਂ ਰੀਤਾਂ ਹੁੰਦੀਆਂ ਨੇ ਕਿ ਜਦੋਂ ਕੋਈ ਵੀ ਹੈ, ਚਾਹੇ ਉਹ ਕਈ ਵਾਰ ਹੁੰਦਾ ਇਹ ਤਾਂ ਕੱਲ ਸਾਡੇ ਨਾਲ ਖੇਡਦਾ ਹੁੰਦਾ ਸੀ, ਉਹ ਭਾਈ ਹੋਊਗਾ ਕੋਈ ਗੱਲ ਨਹੀਂ, ਅਸੀਂ ਤਾਂ ਇਕੱਠੇ ਰਹੇ ਹਾਂ। ਪਰ ਅੱਜ ਜੋ ਪਦਵੀ ਤੇ ਉਹ ਬੈਠਾ ਹੈ ਨਾ, ਉਹ ਪਦਵੀ ਸਤਿਕਾਰਯੋਗ ਹੈ। ਇਸ ਕਰਕੇ ਉਹ ਹੁਣ ਜਿਹੜੀ ਗੁਰਤਾ ਗੱਦੀ ਤੇ ਮਹਾਰਾਜ ਬੈਠ ਗਏ ਤਾਂ ਉਹ ਪਹਿਲਾਂ ਭਾਵੇਂ ਸਭ ਦੇ ਗੁਰ ਭਾਈ ਰੂਪ ਸਿੱਖ ਸਨ, ਅੱਜ ਭਾਈ ਸਭ ਦੇ ਗੁਰੂ ਹੈ। ਤੇ ਜਦੋਂ ਉਹੀ ਪੁਰਾਤਨ ਜਿੰਨੇ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ 'ਚ ਰਹਿਣ ਵਾਲੇ ਸਿੱਖ ਹੈ, ਉਹ ਮਹਾਰਾਜ ਨੇ ਵੇਖੇ ਤੇ ਬਹੁਤ ਪ੍ਰੇਮ ਵੀ ਸਾਰੇ ਅੱਜ ਕਿੱਥੇ ਅਸੀਂ ਇਕੱਠੇ ਬੈਠ ਕੇ ਸਾਰੇ ਇਕੱਠੇ ਹੋ ਕੇ ਮਹਾਰਾਜ ਦੀ ਸੇਵਾ ਕਰਦੇ ਸੀ। ਤੇ ਮਹਾਰਾਜ ਨੇ ਗੁਰਤਾ ਗੱਦੀ ਬਖਸ਼ੀ, ਕਿੱਡੀਆਂ ਮਹਿਮਾ ਹੋਈਆਂ। ਅੱਜ ਉਹ ਗੁਰਸਿੱਖ ਨਾਲ ਦੇ ਹੀ ਰੱਬ ਰੂਪ ਜਾਣ ਕੇ ਸਾਨੂੰ ਹੱਥ ਬੰਨੀ ਖੜੇ ਹਨ। ਪ੍ਰੇਮ ਪ੍ਰਵਾਹੇ ਵਧਿਓ ਉਰ ਮੈਂ। ਤਾਂ ਹਿਰਦੇ ਵਿੱਚ ਪ੍ਰੇਮ ਦਾ ਪ੍ਰਵਾਹ ਵਧਿਆ ਹੈ। ਉਚਰਿਓ ਤਬ ਏਕ ਸ਼ਲੋਕ ਬਨਾਏ। ਉਸ ਸਮੇਂ ਫਿਰ ਮਹਾਰਾਜ ਨੇ ਇੱਕ ਸ਼ਲੋਕ ਬਣਾ ਕਰਕੇ ਬਾਣੀ ਉਚਾਰਨ ਕੀਤੀ ਹੈ। ਸ੍ਰੀ ਮੁਖ ਬਾਕ। ਇਹ ਭਾਈ ਗੁਰੂ ਸਾਹਿਬ ਜੀ ਦੇ ਸੁਭਾਏਵਾਨ ਮੁਖ ਦਾ ਜੋ ਬਚਨ ਹੈ। ਸ਼ਲੋਕ ਮਹੱਲਾ ਦੂਜਾ। ਇਹ ਦੂਜੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਜੋ ਸ਼ਲੋਕ ਹੈ। ਜਿਸ ਪਿਆਰੇ ਸਿਉ ਨੇਹੁ ਤਿਸ ਆਗੈ ਮਰ ਚੱਲੀਐ। ਮਹਾਰਾਜ ਕਹਿਣ ਲੱਗੇ ਭਾਈ ਗੁਰਮੁਖੋ, ਸਾਡੇ ਅੰਦਰ ਦੀ ਅਵਸਥਾ ਇਹ ਹੈ, ਅਸੀਂ ਕੋਈ ਹਾਠ ਕਰਕੇ ਨਹੀਂ ਇਸ ਤਰ੍ਹਾਂ ਬੈਠੇ। ਅੰਦਰ ਬਰਾਗ ਦੀ ਅਵਸਥਾ ਹੈ ਕਿ ਜਿਸ ਪਿਆਰੇ ਦੇ ਨਾਲ ਬਹੁਤ ਪ੍ਰੇਮ ਹੋਵੇ, ਨਿਉ ਹੋਵੇ, ਤਿਸ ਆਗੇ ਮਰ ਚੱਲੀਐ। ਕਹਿੰਦੇ ਇਉਂ ਮਨ 'ਚ ਬਾਰ-ਬਾਰ ਹੋ ਰਿਹਾ ਕਿ ਉਹ ਤੋਂ ਪਹਿਲਾਂ ਹੀ ਮਰ ਜਾਈਏ। ਬਹੁਤ ਔਖਾ ਹੈ ਇਸ ਤਰ੍ਹਾਂ ਜਿਸ ਦੇ ਚਰਨਾਂ 'ਚ ਰਹਿ ਕੇ ਸੇਵਾ ਕੀਤੀ, ਉਹ ਸਰੀਰ ਰੂਪ ਵਿੱਚ ਵਿਛੋੜਾ ਦੇ ਗਏ। ਇਹ ਭਾਵਨਾ ਨਾ ਸਰੀਰ ਦਾ ਹੀ ਵਿਛੋੜਾ ਹੋਇਆ। ਉਹ ਤਾਂ ਮਹਾਰਾਜ ਨੇ ਵੀ ਕਿਹਾ ਵੀ ਸਰੀਰ ਤਾਂ ਭਾਈ ਬਣਿਆ ਹੀ ਵਿਛੜਨ ਵਾਸਤੇ ਹੈ, ਲੇਕਿਨ ਜੋਤ ਰੂਪ ਤਾਂ ਉਸੇ ਤਰ੍ਹਾਂ ਬੈਠੇ ਨੇ। ਗੁਰੂ ਅੰਗਦ ਕੇ ਹੀਏ ਮੈਂ ਤਾਂ ਉਸੇ ਤਰ੍ਹਾਂ ਹੈ। ਪਰ ਉਹ ਜਿੱਥੇ ਉਹਨੇ ਸੇਵਾ ਕੀਤੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੀ, ਕਹਿੰਦੇ ਤਿਸ ਆਗੇ ਮਰ ਚੱਲੀਏ। ਉਸ ਦਾ ਅੱਗੇ ਪਹਿਲਾਂ ਹੀ ਮਰ ਜਾਈਏ। ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਕਿਉਂਕਿ ਉਹਨਾਂ ਤੋਂ ਪਿੱਛੋਂ ਜਿਉਣਾ ਜਿਹੜਾ ਨਾ ਆਪਣੇ ਪਿਆਰੇ ਤੋਂ, ਉਹ ਤਾਂ ਜਿਹੜਾ ਹੈ ਸੰਸਾਰ ਵਿੱਚ ਬਾਦ ਦਾ ਜਿਹੜਾ ਜਿਉਣਾ ਉਹ ਧਰਕਾਰ ਹੀ ਲੱਗਦਾ ਹੈ ਜੀਵਨ। ਇਸ ਤਰ੍ਹਾਂ ਮਨ ਦੀ ਭਾਵਨਾ ਗੁਰਬਾਣੀ ਰੂਪ ਵਿੱਚ ਸਤਿਗੁਰਾਂ ਨੇ ਬਰਾਗ ਅਵਸਥਾ ਇਹ ਬਖਸ਼ਿਸ਼ ਕੀਤੀ। ਬਰਾਗ ਦੀ ਅਵਸਥਾ ਕੈਸੀ ਹੁੰਦੀ ਹੈ ਉਹ ਦੱਸੀ ਹੈ। ਸਵਈਆ ਸ੍ਰੀ ਮੁਖ ਤੇ ਇਮ ਬੋਲਤ ਭੇ। ਆਪਣੇ ਸੁਭਾਏ ਮਾਨ ਮੁਖ ਤੋਂ ਇਸ ਤਰ੍ਹਾਂ ਸਤਿਗੁਰਾਂ ਨੇ ਬਚਨ ਕਹੇ। ਸਭ ਬੀਚ ਤਬੈ ਪ੍ਰਭ ਬੈਠ ਗਏ। ਇਹ ਬਚਨ ਕਹਿੰਦੇ ਸਾਰੀਆਂ ਸੰਗਤਾਂ ਦੇ ਵਿੱਚ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਬਰਾਜ ਗਏ। ਤਬ ਸਿੱਖ ਗਇਓ ਇੱਕ ਧਾਏ ਤਹਾਂ। ਤਾਂ ਇੱਕ ਸਿੱਖ ਦੌੜ ਕਰਕੇ ਉਸ ਜਗ੍ਹਾ ਪਹੁੰਚਿਆ। ਜਹ ਮਾਤ ਪਿਰਾਈ ਕੋ ਧਾਮ ਅਹੇ। ਜਿੱਥੇ ਮਾਤਾ ਪਿਰਾਈ ਦਾ ਜੋ ਘਰ ਹੈ। ਸੁਤ ਥੇ ਘਰ ਮੇ ਜੁਗ ਭਰਾਤ ਤਬੈ। ਤੇ ਉਸ ਸਮੇਂ ਸੁਤ ਥੇ ਘਰ ਮੇ
ਗੁਰੂ ਅੰਗਦ ਦੇ ਮਹਾਰਾਜ ਜੀ ਦੇ 2 ਪੁੱਤਰ ਵੀ ਘਰ ਵਿੱਚ, ਬਾਬਾ ਦਾਸੂ, ਬਾਬਾ ਦਾਤੂ ਜੀ ਤੇ ਬੀਬੀ ਅਮਰੋ ਪੁੱਤਰੀ, ਉਹ ਸਾਰੇ ਘਰ ਵਿੱਚ ਹਨ। ਪ੍ਰਗਟਿਓ ਗੁਰ ਸਿੱਖ ਸੁਨਾਏ ਦਹੇ, ਤੇ ਜਾ ਕੇ ਸਿੱਖ ਨੇ ਸਭ ਨੂੰ ਦੱਸਿਆ। ਗੁਰੂ ਅੰਗਦ ਦੇ ਮਹਾਰਾਜ ਜੀ ਦਰਸ਼ਨ ਹੋ ਗਏ ਨੇ, ਪ੍ਰਗਟ ਹੋ ਗਏ ਹਨ। ਤਬ ਪਾਲਕੀ ਲੈ ਕਰ ਪੂਤ ਆਏ, ਤਾਂ ਪਾਲਕੀ ਲੈ ਕਰਕੇ ਪੁੱਤਰ ਸਾਰਾ ਪਰਿਵਾਰ ਆਇਆ ਹੈ। ਗੁਰੂ ਤਾਹੇ ਮੇ ਨੀਕ ਸਵਾਰ ਕਹੇ, ਗੁਰੂ ਸਾਹਿਬ ਜੀ ਉਸ ਦੇ ਵਿੱਚ ਕਹੇ ਦੀ ਜਗ੍ਹਾ ਤੇ ਸਵਾਰ ਬਹੇ ਸ਼ਬਦ ਕਿ ਸਤਿਗੁਰੂ ਜੀ ਚੰਗੀ ਤਰ੍ਹਾਂ ਪਾਲਕੀ ਵਿੱਚ ਸਵਾਰ ਹੋ ਗਏ। ਨਿਜ ਧਾਮ ਵਿਖੇ ਗੁਰ ਰਾਜਤ ਭੇ, ਫਿਰ ਆਪਣੇ ਭਾਈ ਘਰ ਦੇ ਵਿੱਚ ਗੁਰ ਰਾਜਤ, ਰਾਜਤ ਦਾ ਅਰਥ ਹੈ ਬਰਾਜਣਾ, ਸਤਿਗੁਰੂ ਬਰਾਜ ਗਏ। ਸੰਬੰਧਨ ਸਿੱਖਨ ਆਨੰਦ ਧਾਰਾ, ਪਰਿਵਾਰ ਦੇ ਸੰਬੰਧੀਆਂ ਨੇ, ਗੁਰੂ ਕੇ ਸਿੱਖਾਂ ਨੇ ਬਹੁਤ ਖੁਸ਼ੀ ਧਾਰੀ ਹੈ। ਲੰਗਰ ਤਿਆਰ ਸ੍ਰੀ ਮਾਤ ਕਰਿਓ, ਮਾਤਾ ਜੀ ਨੇ ਲੰਗਰ ਤਿਆਰ ਕੀਤਾ ਹੈ। ਗੁਰ ਸੰਗ ਅਚਿਓ ਸਭ ਹੋਇ ਤ੍ਰਿਪਤਾਰਾ, ਗੁਰੂ ਸਾਹਿਬ ਜੀ ਦੇ ਸਮੇਤ ਸਭ ਨੇ ਛਕਿਆ ਤੇ ਤ੍ਰਿਪਤ ਹੋਏ ਹਨ। ਦਾਸ ਲੱਗੇ ਪਗ ਸੇਵਨ ਕੋ, ਜਿੰਨੇ ਸੇਵਕ ਹੁਣ ਮਹਾਰਾਜ ਦੇ ਚਰਨਾਂ ਦੀ ਸੇਵਾ ਕਰਨ ਲੱਗ ਪਏ। ਜਿਨ ਕੇ ਭਵ ਮੇ ਵੱਡ ਭਾਗ ਉਦਾਰਾ, ਜਿਨ੍ਹਾਂ ਦੇ ਭਾਈ ਇਸ ਭਵ ਇਸ ਕਲਯੁਗ ਦੇ ਸਮੇਂ ਵਿੱਚ ਜੋ ਵੱਡੇ ਭਾਗ ਹਨ, ਉਹ ਮਹਾਰਾਜ ਦੀ ਸੇਵਾ ਕਰਦੇ ਹਨ। ਸਭ ਮੈਂ ਤਤਕਾਲ ਪ੍ਰਸਿੱਧ ਭਇਓ, ਸਾਰਿਆਂ ਵਿੱਚ ਇੱਕਦਮ ਖਬਰਾਂ ਫੈਲ ਗਈਆਂ ਤੁਰੰਤ ਹੀ। ਗੁਰੂ ਨਾਨਕ ਨੇ ਤਨ ਦੂਸਰ ਧਾਰਾ, ਇਹ ਭਾਈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਹੋਈ ਹਨ, ਜਿਨ੍ਹਾਂ ਨੇ ਇਹ ਦੂਸਰਾ ਸਰੀਰ ਹੁਣ ਧਾਰ ਲਿਆ ਹੈ। ਜੋਤ ਤੇ ਜੋਤ ਪ੍ਰਕਾਸ਼ ਰਹੀ, ਇਹ ਗੁਰੂ ਨਾਨਕ ਦੇ ਪਾਤਸ਼ਾਹ ਦੀ ਉਸ ਅਕਾਲੀ ਜੋਤ ਤੋਂ ਹੀ ਅੱਗੇ ਗੁਰੂ ਅੰਗਦ ਦੇ ਮਹਾਰਾਜ ਰੂਪ ਜੋਤ ਪ੍ਰਕਾਸ਼ ਰਹੀ ਹੈ। ਜਿਮ ਜਾਗੇ ਮਿਸਾਲ ਤੇ ਦੂਜੀ ਮਿਸਾਲਾ, ਜਿਵੇਂ ਇੱਕ ਮਿਸਾਲ ਤੋਂ ਅੱਗੇ ਦੂਜੀ ਮਿਸਾਲ ਜਗ ਪੈਂਦੀ ਹੈ। ਗੁਰਤਾ ਰਥ ਪੈ ਗੁਰ ਸੂਰਜ ਦੂਸਰ, ਇਹ ਜਾਣੋ ਵੀ ਗੁਰਤਾ ਗੱਦੀ ਦੇ ਰਥ ਉੱਤੇ ਦੂਸਰੇ ਗੁਰੂ ਜਿਹੜੇ ਹਨ ਸੂਰਜ ਵਾਂਗ। ਮੋਹਿ ਅੰਧੇਰ ਕੋ ਦੂਰ ਕਰਾਲਾ, ਮੋਹ ਗਿਆਨਤਾ ਦੇ ਹਨੇਰੇ ਨੂੰ ਦੂਰ ਕਰ ਰਹੇ ਹਨ। ਇੱਕ ਪੋਸ਼ਿਸ਼ ਤਿਆਗ ਕੈ ਦੂਸਰ ਧਾਰ, ਕਿਵੇਂ ਹਨ ਗੁਰੂ ਨਾਨਕ ਦੇਵ ਜੀ ਵੀ ਇੱਕ ਸਰੀਰ ਰੂਪੀ ਪੋਸ਼ਾਕ ਲਾ ਕੇ, ਜਿਵੇਂ ਕੋਈ ਇੱਕ ਪੋਸ਼ਾਕ ਲਾ ਦਿੰਦਾ ਦੂਜਾ ਪਾ ਲੈਂਦਾ ਹੈ, ਇਸ ਤਰ੍ਹਾਂ ਹੀ ਗੁਰੂ ਨਾਨਕ ਦੇ ਮਹਾਰਾਜ ਨੇ ਉਹ ਪਹਿਲੇ ਸਰੀਰ ਰੂਪੀ ਪੋਸ਼ਾਕ ਲਾਤੀ ਤੇ ਦੂਸਰੇ ਹੁਣ ਗੁਰੂ ਅੰਗਦ ਦੇਵ ਰੂਪੀ ਜਿਹੜੀ ਹੈ ਪੋਸ਼ਾਕ ਸਰੀਰੇ ਧਾਰਨ ਕਰਕੇ ਧਾਰ ਲਿਆ ਹੈ। ਬਹਿ ਨਿਜ ਤਖਤ ਜਥਾ ਮਹਿ ਪਾਲਾ, ਇਉਂ ਭਾਈ ਤਖਤ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹਿ ਗਏ ਜਿਵੇਂ ਮਹਿਪਾਲ, ਮਹਿਪਾਲ ਕਹਿੰਦੇ ਨੇ ਰਾਜੇ ਨੂੰ, ਜਿਵੇਂ ਕੋਈ ਰਾਜਾ ਤਖਤ ਤੇ ਬਿਰਾਜਦਾ ਹੈ। ਰਾਜ ਔਜੋਗ ਕੋ ਪਾਏ ਭਲੇ, ਪਰ ਦੁਨਿਆਵੀ ਰਾਜਿਆਂ ਤੋਂ ਕਿਵੇਂ ਮਹਾਨ ਨੇ, ਉਹਨਾਂ ਕੋਲੇ ਗੁਰਮੁਖੋ ਕੱਲਾ ਰਾਜ ਹੈ। ਇੱਥੇ ਦੋਵੇਂ ਹੀ ਨੇ, ਰਾਜ ਵੀ ਹੈ ਜੋਗ ਵੀ ਹੈ, ਮੀਰੀ ਪੀਰੀ ਇਹ ਦੋਨੇ ਹੀ ਹਨ ਕਿ ਭਲੀ ਪ੍ਰਕਾਰ ਪਾ ਕਰਕੇ। ਸੋ ਬਿਰਾਜਤ ਸਿੱਖਨ ਮੈਂ ਸੁਖ ਸਾਲਾ, ਕਿਉਂ ਭਾਈ ਗੁਰਸਿੱਖਾਂ ਦੇ ਵਿੱਚ ਸੁਖ ਸਾਲਾ, ਸਾਲ ਨਾਮ ਘਰ ਦਾ ਹੈ, ਸੁੱਖਾਂ ਦਾ ਘਰ ਰੂਪ ਹੋ ਕੇ ਮਹਾਰਾਜ ਬਰਾਜ ਰਹੇ ਹਨ। ਦੋਹਰਾ ਸ਼ਹਿਜ਼ਾਦਾ ਖੁਰਮੇ ਗਇਓ, ਜਹ ਮਰਦਾਨੇ ਥਾਨ, ਤੇ ਉਸ ਸਮੇਂ ਫਿਰ ਸਹਿਜਾਦਾ, ਸਜਾਦਾ ਨਾਮ ਸੀ, ਇਹ ਭਾਈ ਮਰਦਾਨੇ ਦੇ ਪੁੱਤਰਾਂ ਚ ਆਉਂਦਾ ਹੈ। ਉਹ ਖੁਰਮੇ ਸ਼ਹਿਰ ਗਿਆ ਜਿੱਥੇ ਭਾਈ ਮਰਦਾਨੇ ਦਾ ਜਿਹੜਾ ਸਥਾਨ ਹੈ। ਰਾਜਾਦਾ ਤਿਸ ਪੁੱਤਰ ਜੋ
ਪਹੁੰਚਿਓ ਗੁਰ ਢਹਿਗਿਆਨ। ਤੇ ਉੱਥੇ ਭਾਈ ਮਰਦਾਨੇ ਜੀ ਦਾ ਪੁੱਤਰ ਹੈ ਰਜਾਦਾ। ਉਹ ਜਿੱਥੇ ਭਾਈ ਮਰਦਾਨੇ ਦਾ ਪੁੱਤਰ ਬਿਰਾਜਮਾਨ ਹੈ ਉਸ ਜਗ੍ਹਾ ਤੇ ਪਹੁੰਚਿਆ ਹੈ। ਚੌਪਈ ਸ੍ਰੀ ਬਾਲਾ ਆਇਓ ਤਿਸ ਕਾਲਾ। ਤੇ ਉਹ ਵੀ ਜਿਹੜਾ ਹੈ ਸਹਿਜਾਦਾ ਖੁਰਮੇ ਗਇਓ ਜਹ ਮਰਦਾਨੇ ਥਾਨ। ਤੇ ਜਿਹੜਾ ਭਾਈ ਮਰਦਾਨੇ ਦਾ ਪੁੱਤਰ ਖੁਰਮੇ ਸ਼ਹਿਰੋਂ ਦੀ ਜਗ੍ਹਾ ਤੇ ਸੀ ਉਹ ਵੀ ਇੱਥੇ ਰਜਾਦਾ ਉਹਦਾ ਨਾਮ ਸੀ। ਸ਼ਹਿਜਾਦਾ ਪੁੱਤਰ ਕਹਿ ਲੋ, ਰਜਾਦਾ ਨਾਮ। ਰਾਜਾਦਾ ਤਿਸ ਪੁੱਤਰ ਜੋ, ਜਿਹੜਾ ਰਜਾਦਾ ਪੁੱਤਰ ਹੈ। ਪਹੁੰਚਿਓ ਗੁਰ ਢਹਿਗਿਆਨ, ਉਹ ਵੀ ਇੱਥੇ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਕੋਲ ਆ ਗਿਆ ਹੈ। ਜਦੋਂ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਦੂਸਰੀ ਜੋਤ ਰੂਪ ਵਿੱਚ ਪ੍ਰਗਟ ਹੋ ਗਏ ਤੇ ਉਸ ਜਿਹਨੂੰ ਪਤਾ ਲੱਗਦਾ ਦਰਸ਼ਨ ਕਰਨ ਆਉਂਦੇ ਆ, ਉਹ ਵੀ ਪਹੁੰਚ ਗਿਆ ਹੈ। ਚੌਪਈ ਸ੍ਰੀ ਬਾਲਾ ਆਇਓ ਤਿਸ ਕਾਲਾ। ਭਾਈ ਬਾਲਾ ਜੀ ਜਿਹੜੇ ਹਨ ਉਹਨਾਂ ਨੂੰ ਵੀ ਉਹ ਵੀ ਫਿਰ ਤਲਵੰਡੀ ਰਾਏ ਭੋਏ ਨਨਕਾਣਾ ਸਾਹਿਬ ਤੋਂ ਉਸ ਸਮੇਂ ਮਹਾਰਾਜ ਦੇ ਚਰਨਾਂ 'ਚ ਆ ਗਏ। ਦਰਸ ਕੀਓ ਪੱਗ ਧਰ ਕਰ ਭਾਲਾ। ਭਲੀ ਪ੍ਰਕਾਰ ਆਪਣਾ ਭਾਲਾ ਮਸਤਕ ਰੱਖ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਦਰਸ਼ਨ ਕੀਤੇ ਹਨ। ਭਾਈ ਬਾਲਾ ਜੀ ਦਾ ਸਥਾਨ ਕਦੇ ਖਡੂਰ ਸਾਹਿਬ ਤੁਸੀਂ ਗਏ ਹੋ ਤੇ ਸਰੋਵਰ ਦੇ ਨਾਲ ਹੀ ਉਹ ਥੜਾ ਅੱਜ ਵੀ ਮੌਜੂਦ ਹੈ ਜਿੱਥੇ ਭਾਈ ਬਾਲਾ ਜੀ ਦਾ ਸੰਸਕਾਰ ਕੀਤਾ ਸੀ। ਇੱਥੇ ਹੀ ਫਿਰ ਪ੍ਰਾਣ ਤਿਆਗੇ। ਪਰ ਇਹ ਬਦਕਿਸਮਤੀ ਹੈ ਕਿ ਉੱਥੇ ਛੋਟਾ ਜਿਹਾ ਥੜਾ ਰੱਖ ਕੇ 4 ਕੁ ਫੁੱਲ ਰੱਖ ਕੇ ਸਾਰ ਦਿੰਦੇ ਆ। ਉਸ ਜਗ੍ਹਾ ਤੇ ਵੀ ਉਹ ਸਥਾਨ ਕਿੰਨਾ ਸੋਹਣਾ ਹੁੰਦਾ ਜੇ ਉਸ ਜਗ੍ਹਾ ਤੇ ਛੋਟਾ ਹੀ ਭਾਵੇਂ ਸਥਾਨ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ, ਉੱਥੇ ਪਾਠ ਪ੍ਰਕਾਸ਼ ਹੁੰਦੇ। ਭਾਈ ਬਾਲਾ ਜੀ ਦਾ ਲਿਖਿਆ ਹੁੰਦਾ ਉੱਤੇ ਭਾਈ ਬਾਲਾ ਜੀ ਦੀ ਇਹ ਸਮਾਧੀ ਹੈ। ਪਰ ਉਹ ਇਹ ਜਿਹੜਾ ਹੈ ਉਹ ਇੱਕ ਇੰਨੀ ਕੁ ਗੱਲ ਨਾਲ ਹੀ ਸਾਰਿਆ ਹੋਇਆ। ਉਹ ਵੀ ਐਵੇਂ ਗਿੱਠ ਕੁੱਚਾ ਇੱਕ ਥੜਾ ਹੈ ਬਸ। ਉਹ ਉਦੋਂ ਕਿਸੇ ਨੂੰ ਬਹੁਤਾ ਨਹੀਂ ਪਤਾ, ਲੋਕ ਉਵੇਂ ਕੋਲ ਦੀ ਲੰਘੀ ਜਾਂਦੇ ਆ। ਤੇ ਐਡੇ ਵੱਡੇ ਮਹਾਨ ਗੁਰਸਿੱਖ ਬ੍ਰਹਮ ਗਿਆਨੀ ਦਾ ਸਥਾਨ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਜਨਮ ਸਾਖੀ ਲਿਖਵਾਈ। ਪੈੜੇ ਮੁਖੇ ਤੋਂ ਮਹਾਰਾਜ ਦੇ ਚਰਨਾਂ 'ਚ ਰਹਿ ਕਰਕੇ ਹੀ ਕਿੰਨੀ ਸੇਵਾ ਨਾਲ ਕੀਤੀ। ਤੇ ਉਹ ਸਥਾਨ ਜਦੋਂ ਵੀ ਕਦੇ ਖਡੂਰ ਸਾਹਿਬ ਜਾਵੋ ਜ਼ਰੂਰ ਉੱਥੇ ਨਮਸਕਾਰ ਕਰਨੀ ਚਾਹੀਦੀ ਹੈ। ਗੁਰੂ ਕਾ ਸਿੱਖ ਜਿਹੜੇ ਮਹਾਰਾਜ ਦੇ ਨਾਲ ਰਹੇ, ਇਹ ਗੁਰਮੁਖੋ ਗੁਰੂ ਦਾ ਹੀ ਰੂਪ ਹੋ ਕੇ ਰਹੇ ਹਨ। ਉਹ ਵੀ ਪਹੁੰਚ ਗਏ। ਦਰਸ ਕੀਓ ਪੱਗ ਧਰ ਕਰ ਭਾਲਾ। ਮਹਾਰਾਜ ਦੇ ਚਰਨਾਂ ਤੇ ਮੱਥਾ ਰੱਖ ਕੇ ਦਰਸ਼ਨ ਕੀਤੇ, ਮੱਥਾ ਟੇਕਿਆ। ਸ੍ਰੀ ਅੰਗਦ ਗੁਰ ਪਿਖ ਹਰ ਖਾਨੇ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇਖਿਆ ਭਾਈ ਬਾਲਾ ਜੀ ਨੂੰ, ਬਹੁਤ ਖੁਸ਼ ਹੋਏ ਹਨ। ਇਸ ਤੇ ਚਰਤ ਸੁਨੈ ਭਗਵਾਨੇ, ਕਿ ਇਹਨਾਂ ਤੋਂ ਭਗਵਾਨ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੁਣ ਚਰਤ ਕੌਤਕ ਜਿਹੜੇ ਆ ਉਹ ਫਿਰ ਮਹਾਰਾਜ ਸੋਚਦੇ ਸੁਣਾਂਗੇ ਜਾਂ ਸੁਣਦੇ ਹਨ। ਨਿਜ ਢਿਗ ਰਾਖਿਓ ਮੋਦ ਬਢਾਏ। ਭਾਈ ਬਾਲਾ ਜੀ ਨੂੰ ਬਹੁਤ ਖੁਸ਼ੀ ਵਧਾ ਕੇ ਮਹਾਰਾਜ ਨੇ ਆਪਣੇ ਕੋਲ ਰੱਖ ਲਿਆ। ਪੁੰਨ ਇੱਕ ਦੀਨੋਂ ਤਾਲ ਲਗਾਏ। ਤੇ ਫਿਰ ਭਾਈ ਇੱਥੇ ਇੱਕ ਸਰੋਵਰ ਜਿਹੜਾ ਹੈ ਉਹ ਬਣਾ ਦਿੱਤਾ ਹੈ। ਜਿਸ ਥਲ ਮਹਿ ਗੁਰ ਤਪ ਕੋ ਤਪਿਓ। ਤੇ ਜਿਹੜੇ ਸਥਾਨ ਤੇ ਮਹਾਰਾਜ ਨੇ ਤਪ ਕੀਤਾ ਸੀ ਛੰਨ ਬਣਾ ਕਰਕੇ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੇ, ਨਾਮ ਸੋ ਤਪਿਆਣਾ ਤੇ ਥਪਿਓ। ਉਸ ਸਥਾਨ ਦਾ ਨਾਮ ਹੈ ਸ੍ਰੀ ਤਪਿਆਣਾ ਸਾਹਿਬ। ਉੱਥੇ ਸਥਾਨ ਹੈ ਜੋ ਸਥਾਨ ਬਣਿਆ ਹੈ। ਦਿਨ ਮਹਿ ਸੰਗਤ ਦਰਸ਼ਨ ਦੇ ਹੈ। ਦਿਨ ਦੇ ਵਿੱਚ ਮਹਾਰਾਜ ਜੀ ਸੰਗਤਾਂ ਨੂੰ ਦਰਸ਼ਨ ਦਿੰਦੇ। ਨਿਸਾ ਮਾਹੇ ਤਪ ਤਹਾਂ ਕਰੈ ਹੈ। ਰਾਤ ਦੇ ਸਮੇਂ ਫਿਰ ਉੱਥੇ ਜਾ ਕੇ ਮਹਾਰਾਜ ਤਪ ਕਰਦੇ ਹਨ। ਆਸ ਗੁਰ ਚਰਨਨ ਪਰ ਬਲਿਹਾਰੀ। ਐਸੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਗੁਰੂ ਮਹਾਰਾਜ ਗੁਰੂ ਅੰਗਦ ਦੇਵ ਜੀ ਦੀ ਅੰਸ਼-ਵੰਸ਼ 12ਵੀਂ ਪੀੜ੍ਹੀ ਵਿੱਚ ਪੈਦਾ ਹੋਏ। ਇਸ ਇਤਿਹਾਸ ਦੇ ਲਿਖਾਰੀ ਸੰਤ ਰੇਣ ਕਵੀ ਪ੍ਰੇਮ ਸਿੰਘ ਜੀ, ਸੰਤ ਰੇਣ ਮਹਾਂਪੁਰਸ਼, ਉਹ ਕਹਿੰਦੇ ਭਾਈ ਐਸੇ ਸਤਿਗੁਰੂ ਦੇ ਚਰਨਾਂ ਤੋਂ ਅਸੀਂ ਬਲਿਹਾਰ ਹਾਂ।
ਜਿਨ ਕੇ ਚਰਤਨ ਕੋ ਨਹਿ ਪਾਰੀ। ਜਿਸ ਸਤਿਗੁਰੂ ਜੀ ਦੇ ਕੌਤਕਾਂ ਦਾ ਕੋਈ ਪਾਰਾਵਾਰ ਨਹੀਂ, ਕੋਈ ਅੰਤ ਨਹੀਂ ਹੈ। ਇਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥੇ। ਜੋ ਇੱਥੇ ਤੱਕ ਪਾਈਏ, ਜੋ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਦੁਤੀਏ ਮਹੱਲੇ ਦੂਜੇ ਮਹੱਲੇ ਸ੍ਰੀ ਗੁਰੂ ਅੰਗਦ ਜੀ ਪ੍ਰਗਟ ਹੋਵਨ ਪ੍ਰਸੰਗ, ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਗਟ ਹੋਣਾ ਪ੍ਰਸੰਗ ਨੰਗੇ ਵਰਣਨ ਕੀਤਾ। ਨਾਮ ਪ੍ਰਿਥਮ ਮੰਦਰੈ। ਇਹ ਗੁਰੂ ਅੰਗਦ ਦੇਵ ਦੂਸਰੇ ਮਹੱਲੇ ਦੇ ਪਹਿਲੇ ਘਰ ਦੀ ਕਥਾ ਪ੍ਰਸੰਗ ਹੈ। ਦੋਹਰਾ ਹੁਣ ਦੂਸਰੇ ਘਰ ਦਾ ਪ੍ਰਸੰਗ ਕਹਿ ਰਹੇ ਹਨ। ਨਿਤਾ ਪ੍ਰਤ ਸ੍ਰੀ ਸਤਿਗੁਰੂ ਜਸ ਕਰ ਹੈ ਵਿਵਹਾਰ। ਨਿਤਾ ਪ੍ਰਤੀ ਦਾ ਜਿਹੜਾ ਹੈ ਨਿਤਨੇਮ ਦੇ ਮੁਤਾਬਕ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਜਿਸ ਤਰ੍ਹਾਂ ਵਿਵਹਾਰ ਕਰਦੇ ਹਨ, ਸੁਨ ਸਰੋਤਾ ਮਨ ਲਾਏ ਕਹਿਹੁ ਤਸ ਪ੍ਰਕਾਰ। ਹੇ ਸਰੋਤਾ ਜਨੋ, ਸੰਤਰੇਣ ਕਵੀ ਜੀ ਕਹਿ ਰਹੇ ਨੇ ਕਿ ਭਾਈ ਮਨ ਲਾ ਕੇ ਸਰਵਣ ਕਰੋ। ਅਸੀਂ ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਦਾ ਰੋਜ਼ ਦੀ ਮਰਜ਼ਾਦਾ ਦਾ ਵਿਵਹਾਰ ਸੀ, ਉਸੇ ਤਰ੍ਹਾਂ ਤੁਹਾਨੂੰ ਕਹਿ ਰਹੇ ਹਾਂ, ਦੱਸ ਰਹੇ ਹਾਂ। ਚੌਪਈ ਅੰਮ੍ਰਿਤ ਸਮੈ ਸੂਠੈ ਗੁਸਾਈ। ਇਹ ਪਹਿਲਾ ਵਿਵਹਾਰ ਕਿੱਥੋਂ ਹੁਣ ਸ਼ੁਰੂ ਹੁੰਦਾ ਹੈ? ਸੰਸਾਰ ਵਿੱਚ ਜਿਵੇਂ ਦਿਨ ਦਾ ਸਾਰਾ ਅੰਮ੍ਰਿਤ ਵੇਲੇ ਮਹਾਰਾਜ ਮਾਲਕ ਸਤਿਗੁਰੂ ਉੱਠਦੇ ਨੇ। ਸੋਚ ਸੋ ਦਾਤਨ ਕਰੈ ਤਦਾਈ। ਸੋਚ ਕਿਰਿਆ ਕਰਨ ਉਪਰੰਤ ਫਿਰ ਦਾਤਨ ਕਰਦੇ ਹਨ। ਬਹੁਰ ਬਦਨ ਅਰਬਿੰਦ ਪਖਾਰੈ। ਫਿਰ ਭਾਈ ਆਪਣੇ ਜਿਹੜਾ ਹੈ ਮੁਖ, ਜਿਹੜਾ ਹੈ ਬਦਨ ਅਰਬਿੰਦ ਕਮਲ ਵਰਗੇ ਮੁਖੜੇ ਨੂੰ ਸਤਿਗੁਰੂ ਜੀ ਪਖਾਰਦੇ ਧੋਂਦੇ ਹਨ। ਸੀਤਲ ਨੀਰ ਸਨਾਨ ਸੋ ਧਾਰੈ। ਠੰਡੇ ਪਵਿੱਤਰ ਜਲ ਦੇ ਨਾਲ ਇਸ਼ਨਾਨ ਕਰਦੇ ਨੇ। ਨਿਜ ਆਨੰਦ ਮਹਿ ਨਿਸ਼ਚਲ ਹੋਏ। ਆਪਣੇ ਨਿਜਾ ਆਨੰਦ ਦੇ ਵਿੱਚ, ਕਿਉਂਕਿ ਮਹਾਰਾਜ ਨੇ ਹੁਣ ਕਿਸੇ ਹੋਰ ਦਾ ਥੋੜ੍ਹਾ ਧਿਆਨ ਧਰਨਾ, ਆਪ ਅਕਾਲ ਰੂਪ ਨੇ। ਇਸ ਕਰਕੇ ਆਪਣੇ ਨਿਜਾਨੰਦ ਦੇ ਵਿੱਚ ਹੀ ਨਿਸ਼ਚਲ, ਚਲ ਤੋਂ ਭਾਵ ਇੱਕ ਰਸ ਮਹਾਰਾਜ ਬੈਠ ਜਾਂਦੇ ਹਨ। ਲਗ ਸਮਾਧ ਨਿਰਵਿਕਲਪ ਜੋਏ। ਨਿਰਵਿਕਲਪ, ਜਿੱਥੇ ਕੋਈ ਵਿਕਲਪ ਨਹੀਂ, ਕੋਈ ਫੁਰਨਾ ਨਹੀਂ ਹੈ, ਉਹ ਸਮਾਧੀ ਜਿਹੜੀ ਹੈ ਮਹਾਰਾਜ ਲਾਉਂਦੇ ਹਨ, ਲੱਗ ਜਾਂਦੀ ਹੈ। ਹੋਏ ਪ੍ਰਾਤ ਜਬ ਸੂਰਜ ਨਿਕਸੈ। ਤੇ ਜਦੋਂ ਫਿਰ ਸਵੇਰ ਹੋ ਜਾਂਦੀ ਹੈ, ਸੂਰਜ ਨਿਕਲਦਾ ਹੈ। ਕਮਲ ਬਿਲੋਚਨ ਸੁੰਦਰ ਬਿਕਸੈ। ਤਾਂ ਆਪਣੇ ਭਾਈ ਕਮਲ ਨੇਤਰਾਂ ਨੂੰ, ਸੋਹਣੇ ਸੁੰਦਰ ਨੇਤਰਾਂ ਨੂੰ ਸਤਿਗੁਰੂ ਜੀ ਖੋਲਦੇ। ਜਦੋਂ ਮਹਾਰਾਜ ਦੇ ਨੇਤਰ ਪ੍ਰਕਾਸ਼ ਹੁੰਦੇ। ਗੁਰੂ ਅੰਗਦ ਦੇਵ ਜੀ ਪਾਤਸ਼ਾਹ ਮਹਾਰਾਜ ਦੇ ਜੀਵਨ ਵਿੱਚ ਇਹ ਆਉਂਦਾ ਹੈ ਕਿ ਜਦੋਂ ਮਹਾਰਾਜ ਦਾ ਕਮਰੇ ਤੋਂ ਬਾਹਰ ਨਿਕਲਣ ਦਾ ਸਮਾਂ ਹੁੰਦਾ ਸੀ ਨਾ, ਰੋਗੀ ਬੈਠੇ ਹੁੰਦੇ ਸੀ ਮਹਾਰਾਜ ਦੇ ਮੂਹਰੇ ਟੋਲੇ ਬੰਨੀ। ਤੇ ਜਦੋਂ ਮਹਾਰਾਜ ਨੇ ਬਾਹਰ ਨਿਕਲਣਾ, ਜਿਹਦੇ ਤੇ ਵੀ ਦ੍ਰਿਸ਼ਟੀਆਂ ਪੈ ਜਾਣੀਆਂ, ਸਤਿਗੁਰਾਂ ਨੇ ਨਿਗਾਹ ਮਾਰਨੀ, ਉਹਨਾਂ ਦੇ ਰੋਗ ਦੂਰ ਹੋ ਜਾਂਦੇ ਸੀ। ਇਸ ਕਰਕੇ ਬਹੁਤ ਰੋਗੀ ਦੂਰੋਂ ਦੂਰੋਂ ਚੱਲ ਕੇ ਮਹਾਰਾਜ ਕੋਲੇ ਆਉਂਦੇ ਕਿ ਉਹ ਮੂਹਰੇ ਇਕੱਠੇ ਹੋ ਕੇ ਬਹਿ ਜਾਣਾ ਕਿ ਸਤਿਗੁਰੂ ਦੀ ਦ੍ਰਿਸ਼ਟੀ ਪੈ ਗਈ, ਉਹਦਾ ਹੀ ਰੋਗ ਜਿਹੜਾ ਹੈ ਦੂਰ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਪ੍ਰਥਮ ਦ੍ਰਿਸ਼ਟ ਜਿਸ ਪਰ ਤਬ ਪਰੈ। ਪਹਿਲੀ ਦ੍ਰਿਸ਼ਟੀ ਜਿਹਦੇ ਉੱਤੇ ਉਸ ਸਮੇਂ ਪੈ ਜਾਂਦੀ। ਰੋਗੀ ਰੋਗ ਦੁਖੀ ਦੁੱਖ ਹਰੈ। ਰੋਗੀ ਦਾ ਰੋਗ ਦੂਰ ਹੋ ਜਾਂਦਾ, ਦੁਖੀ ਦਾ ਦੁੱਖ ਦੂਰ ਹੋ ਜਾਂਦਾ। ਆਦ ਬਿਆਦ ਬਾਧਾ ਜੋ ਪਾਵੈ। ਜਿਹੜਾ ਭਾਈ ਆਦੀਆਂ ਬਿਆਦੀਆਂ ਵਿੱਚ ਬੰਧਿਆ ਹੋਇਆ ਹੈ, ਜਿਹੜਾ ਇਸ ਤਰ੍ਹਾਂ ਜੋ ਦਰਸ਼ਨ ਮਹਾਰਾਜ ਦੇ ਪਾ ਲੈਂਦਾ, ਪਹਿਲੀ ਦ੍ਰਿਸ਼ਟੀ ਪਾ ਲੈਂਦਾ। ਜਾਨ ਸਮੂਹ ਆਗੇ ਚੱਲ ਆਵੈ। ਤੇ ਉਹ ਜਾਣ ਸਮੇਂ ਅੱਗੇ ਚੱਲ ਕੇ ਆਉਂਦਾ ਹੈ। ਵਿਆਕਲ ਹੋਏ ਪੀਰ ਤੇਜੇ। ਜਿਹੜਾ ਕੋਈ ਦੁੱਖ ਪੀੜਾ ਤੋਂ ਬਹੁਤ ਵਿਆਕਲ ਹੁੰਦਾ। ਦ੍ਰਿਸ਼ਟ ਪਰੇ ਸੁਖ ਪਾਵੈ ਤੇ। ਉਹ ਮਹਾਰਾਜ ਦੀ ਜਦੋਂ ਦ੍ਰਿਸ਼ਟੀ ਪੈ ਜਾਂਦੀ, ਸੁਖ ਪਾ ਲੈਂਦਾ। ਭਈ ਬਿਦਤ ਜਗ ਮਹਿ ਅਸ ਬਾਤੀ।
ਇਹ ਗੱਲ ਇਸ ਤਰ੍ਹਾਂ ਜਗਤ ਵਿੱਚ ਪ੍ਰਸਿੱਧ ਹੋ ਗਈ। ਆਏ ਅਨੇਕ ਖਰੇ ਹੋਏ ਪ੍ਰਾਤੀ, ਅਨੇਕਾਂ ਰੋਗੀ ਦੁਖੀ ਆ ਕੇ ਸਵੇਰ ਵੇਲੇ ਹੀ ਮਹਾਰਾਜ ਦੇ ਉਸ ਸਥਾਨ ਦੇ ਸਾਹਮਣੇ ਖੜ ਜਾਂਦੇ। ਸੰਕਟ ਨਸ਼ਟਹਿ ਸਦਨ ਸਿਧਾਰੈ, ਤੇ ਆਪਣੇ ਸੰਕਟਾਂ ਦੁੱਖਾਂ ਦਾ ਨਾਸ਼ ਕਰਕੇ ਖਤਮ ਕਰਕੇ ਫਿਰ ਘਰਾਂ ਨੂੰ ਜਾਂਦੇ। ਜਹ ਕਹਿ ਸ੍ਰੀ ਗੁਰ ਸੋ ਜਸ ਉਚਾਰੈ ਹੈ, ਤੇ ਜਿੱਥੇ ਕਿੱਥੇ ਵੀ ਫਿਰ ਉਹ ਜਾਂਦੇ ਐ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜਸ ਕਰਦੇ ਨੇ ਕਿ ਭਾਈ ਮਹਾਰਾਜ ਨੇ ਕਿਰਪਾ ਕੀਤੀ ਹੈ। ਪੁਨ ਸ਼ਹਿਜਾਦੇ ਤਾਤ ਭਲੇਰਾ, ਫਿਰ ਭਾਈ ਜਿਹੜਾ ਭਲਾ ਉਹ ਪੁੱਤਰ ਸ਼ਹਿਜ਼ਾਦਾ ਭਲਾ ਪੁੱਤਰ ਹੈ। ਰਾਜਾਦਾ ਜਿਹ ਨਾਮ ਚੰਗੇਰਾ, ਉਹਦਾ ਭਾਵ ਜੋ ਸ਼ੁਭ ਨਾਮ ਹੈ ਰਜਾਦਾ ਹੈ, ਭਾਈ ਮਰਦਾਨੇ ਦਾ ਪੁੱਤਰ। ਜਾਂ ਇਹ ਕਹੀਏ ਕਿ ਉਸ ਸਮੇਂ ਪਹਿਲਾ ਸੀਗਾ ਸ਼ਹਿਜ਼ਾਦਾ ਤੇ ਉਹਦਾ ਅੱਗੇ ਪੁੱਤਰ ਵੀ ਵਿਦਵਾਨਾਂ ਨੇ ਭਾਈ ਮਰਦਾਨੇ ਦਾ ਪੋਤਰਾ ਲਿਖਿਆ, ਉਹਦਾ ਨਾਂ ਰਜਾਦਾ ਲਿਖਿਆ ਹੈ। ਤੋ ਇਸ ਤਰ੍ਹਾਂ ਵੀ ਕੁਝ ਲਿਖਣ ਵਾਲਿਆਂ ਕਿਹਾ ਜੋ ਭਾਈ ਰਜਾਦਾ ਨਾਮ ਹੈ। ਆਸਾ ਵਾਰ ਕੀਰਤਨ ਗਾਵੇ, ਉਹ ਆਸਾ ਦੀ ਵਾਰ ਦਾ ਕੀਰਤਨ ਕਰਦਾ ਹੈ। ਸੁਨਹਿ ਬੀਚ ਸੰਗਤ ਹਰ ਖਾਵੇ, ਤੇ ਉਹ ਸੰਗਤਾਂ ਸੁਣਦੀਆਂ ਨੇ, ਸੰਗਤਾਂ ਵਿੱਚ ਬਹੁਤ ਖੁਸ਼ੀ ਹੁੰਦੀ ਹੈ। ਬੈਠੇ ਰਹਿ ਸਿੰਘਾਸਨ ਫੇਰ ਮਹਾਰਾਜ ਜੀ ਆਪਣੇ ਸਿੰਘਾਸਨ ਤਖਤ ਗੁਰਤਾ ਗੱਦੀ ਤੇ ਬੈਠੇ ਰਹਿੰਦੇ। ਸਿੱਖ ਸੰਗਤ ਸਭ ਦਰਸ਼ਨ ਹੇਰ, ਸਿੱਖ ਸੰਗਤਾਂ ਜੋ ਹਨ ਉਹ ਸਾਰਿਆਂ ਮਹਾਰਾਜ ਦੇ ਦਰਸ਼ਨ ਕਰਦੀਆਂ ਹਨ। ਸ੍ਰੀ ਬਾਲੇ ਕੋ ਨਿਕਟ ਬਿਠਾਏ, ਤੇ ਭਾਈ ਬਾਲਾ ਸੰਧੂ ਜੀ ਨੂੰ ਮਹਾਰਾਜ ਆਪਣੇ ਕੋਲ ਬਿਠਾਉਂਦੇ। ਸੁਨਹਿ ਕਥਾ ਗੁਰ ਕੀ ਸੁਖਦਾਈ, ਇਉਂ ਭਾਈ ਬਾਲਾ ਜੀ ਨੂੰ ਕਹਿੰਦੇ ਬਾਲਿਆ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਕਥਾ ਸੁਣਾ ਜੀਵਨ ਦੀ। ਉਹ ਸੁਖਦਾਇਕ ਗੁਰੂ ਸਾਹਿਬ ਜੀ ਦੀ ਕਥਾ ਸੁਣਦੇ। ਸੁਨਤ ਪ੍ਰੇਮ ਮਹਿ ਅਸ ਗੁਰ ਆਵੈ, ਇਸ ਤਰ੍ਹਾਂ ਹੀ ਕਥਾ ਸੀ ਵੀ ਸੁਣਦਿਆਂ ਇੰਨਾ ਪ੍ਰੇਮ ਵਿੱਚ ਮਹਾਰਾਜ ਆਪ ਭਿੱਜ ਜਾਂਦੇ। ਦਿਨ ਕੇਤਕ ਸਮਾਧ ਲਗਾਵੇ, ਕਈ ਦਿਨ ਮਹਾਰਾਜ ਸਮਾਧੀ ਵਿੱਚ ਹੋ ਜਾਂਦੇ ਸਨ। ਕਬ ਜੁਗ ਦਿਨ ਕਬ ਚਾਰ ਬਿਤਾਵੇ, ਕਦੇ 2 ਦਿਨ ਕਦੇ ਭਾਈ 4 ਦਿਨ ਵੀ ਬਤੀਤ ਕਰ ਦਿੰਦੇ। ਕਬ ਸਪਤ ਦਿਵਸ ਲੱਗ ਜਾਵੇ, ਕਦੇ 7 ਦਿਨ ਵੀ ਮਹਾਰਾਜ ਦੀ ਸਮਾਧੀ ਆਉਣ ਲੱਗ ਜਾਂਦੀ ਕਥਾ ਸੁਣਦਿਆਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ। ਖੁੱਲੇ ਨੇਤਰ ਪੁਨ ਸੁਨ ਮੁੱਧ ਪਾਵੇ, ਫੇਰ ਜਦੋਂ ਨੇਤਰ ਖੁੱਲਦੇ ਫੇਰ ਭਾਈ ਬਾਲਾ ਜੀ ਨੂੰ ਕਹਿੰਦੇ ਸੁਣਾਓ ਅੱਗੇ। ਫੇਰ ਭਾਈ ਇਸ ਤਰ੍ਹਾਂ ਸੁਣ ਕੇ ਖੁਸ਼ੀ ਪਾਉਂਦੇ ਹਨ। ਹਸ ਵਿਦ ਪਰਚਾ ਗੁਰ ਪਰਚਾਵੇ, ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਪਰਚਾ ਕਹੀਏ ਖੇਡ ਵਰਤਾਉਣੀ, ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀਆਂ ਖੇਡਾਂ ਜਿਹੜੀਆਂ ਨੇ ਉਹ ਪ੍ਰਚਾਰ ਰਹੇ ਹਨ। ਅਪਰ ਨ ਚਰਚਾ ਕੋਈ ਹੋਏ, ਹੋਰ ਕੋਈ ਕਿਸੇ ਤਰ੍ਹਾਂ ਦੀ ਮਹਾਰਾਜ ਦੇ ਦਰਬਾਰ 'ਚ ਕੋਈ ਹੋਰ ਤਰ੍ਹਾਂ ਦੀ ਸੰਸਾਰੀ ਚਰਚਾ ਨਹੀਂ ਹੁੰਦੀ। ਜਗ ਕਾਰਜ ਕੀਜੇ ਤਕ ਸੋਏ, ਜੋ ਭਾਈ ਜਗਤ ਦੇ ਕੰਮਾਂ ਦੀਆਂ ਹੁੰਦੀਆਂ ਹਨ ਉਹ ਨਹੀਂ ਹੁੰਦੀਆਂ ਹਨ। ਸੂਪਕਾਰ ਕਰ ਤਿਆਰ ਆਹਾਰਾ, ਸੂਪਕਾਰ ਕਹਿੰਦੇ ਨੇ ਰਸੋਈਏ ਨੂੰ, ਲਾਂਗਰੀ ਨੂੰ। ਉਹ ਫਿਰ ਭਾਈ ਭੋਜਨ ਤਿਆਰ ਕਰਦਾ ਹੈ। ਸਭ ਰਸ ਪਾਕੈ ਸਵਾਦ ਅਪਾਰਾ, ਸਾਰੇ ਤਰ੍ਹਾਂ ਦੀ ਪਾਕੈ ਕੀ ਰਸੋਈ ਜਿਹੜੀ ਹੈ ਬੇਅੰਤ ਸਵਾਦੀ ਬਣਦੀ ਹੈ। ਜਬ ਸੁਧ ਦੇਹ ਆਨ ਕਰ ਕੋਈ, ਜਦ ਕੋਈ ਫਿਰ ਆ ਕੇ ਲੰਗਰ ਵਿੱਚੋਂ ਮਹਾਰਾਜ ਨੂੰ ਖਬਰ ਦਿੰਦਾ ਹੈ। ਸ੍ਰੀ ਗੁਰ ਜੀ ਭੀ ਪਾਕ ਰਸੋਈ, ਕਿ ਹੇ ਗੁਰੂ ਪਾਤਸ਼ਾਹ ਜੀ ਉਹ ਰਸੋਈ ਪੱਕ ਗਈ ਹੈ, ਭਾਵਨ ਪਾਣੀ ਭੋਜਨ ਤਿਆਰ ਹੋ ਗਿਆ ਹੈ। ਉੱਠ ਕਿਰਪਾਲ ਤਹਿ ਸੰਗ ਸਿਧਾਰੈ, ਇਹ ਹੁਣ ਰੋਜ਼ ਦੀ ਕਿਰਿਆ ਦੱਸ ਰਹੇ ਹੈ ਕਿ ਫਿਰ ਕਿਰਪਾਲੂ ਸਤਿਗੁਰੂ ਜੀ ਸਭ ਨਾਲ ਉੱਠਦੇ ਨੇ ਤੇ ਉਸ ਦੇ ਨਾਲ ਜਾਂਦੇ ਹਨ। ਸਿੱਖ ਸਖਾ ਸਿੱਖ ਸੇਵਕ ਲੈ ਸਾਰੈ,
ਸਾਰੇ ਸਿੱਖ ਸੇਵਕ ਸਖਾ ਨੂੰ ਸਭ ਨੂੰ ਨਾਲ ਲੈ ਕਰਕੇ। ਚਤਰ ਵਰਨ ਤਹਿ ਸਮਸਰ ਬੈਸਹਿ, ਉੱਥੇ ਕੋਈ ਜਾਤੀ ਵਰਨ ਦਾ ਵਿਤਕਰਾ ਨਹੀਂ ਹੁੰਦਾ, ਚਾਰੇ ਵਰਨ ਸਾਰੇ ਇਕੱਠੇ ਬੈਠਦੇ ਹਨ। ਜੈਸੇ ਰੰਕ ਰਾਵ ਭੀ ਤੈਸਹਿ, ਜਿਵੇਂ ਕੋਈ ਭਾਵੇਂ ਕੰਗਾਲ ਹੈ ਉਹ ਵੀ ਉੱਥੇ ਬੈਠਾ, ਭਾਵੇਂ ਕੋਈ ਰਾਜਾ ਅਮੀਰ ਹੈ ਉਹ ਵੀ, ਸਾਰੇ ਇੱਕ ਜਗ੍ਹਾ ਬੈਠਦੇ ਹਨ। ਪੰਗਤ ਬੀਚ ਬੈਠ ਗੁਰ ਖਾਵਹਿ, ਸਤਿਗੁਰੂ ਜੀ ਇੱਕ ਪਾਸੇ ਪੰਗਤ ਦੇ ਵਿੱਚ ਹੀ ਮਹਾਰਾਜ ਆਸਣ ਲਾ ਕੇ ਛਕਦੇ ਨੇ। ਏਕ ਸਮਾਨ ਅਸਨ ਅਚਵਾਵਹਿ, ਸਾਰਿਆਂ ਨੂੰ ਇੱਕੋ ਸਮਾਨ ਹੀ ਭੋਜਨ ਵਰਤਾਇਆ ਜਾਂਦਾ ਹੈ। ਪੁਨ ਜਲ ਪਾਨ ਚੁਲੀ ਕਰ ਲੇ, ਫਿਰ ਜਲ ਪਾਨ ਕਰਕੇ ਚੁਲਾ ਕਰ ਲੈਂਦੇ ਹਨ। ਉੱਠੈ ਗੁਰੂ ਪੁਨ ਸੈਨ ਕਰੇ, ਫਿਰ ਮਹਾਰਾਜ ਉੱਠਦੇ ਨੇ ਤੇ ਕੁਝ ਇੱਧਰ ਉੱਧਰ ਸੈਰ ਕਰਦੇ ਹਨ। ਜੋ ਚੌਕੇ ਕੀ ਅਚਹਿ ਰਸੋਈ, ਤੇ ਜਿਹੜਾ ਕੋਈ ਭਾਈ ਚੌਂਕੇ ਦੀ ਰਸੋਈ ਛਕਦਾ ਹੈ, ਗੁਰੂ ਸਮੀਪ ਜਾਏ ਨਹਿ ਸੋਈ, ਉਹ ਫਿਰ ਗੁਰੂ ਸਾਹਿਬ ਦੇ ਕੋਲ ਨਹੀਂ ਜਾਂਦਾ ਹੈ। ਭਾਵ ਇੱਕ ਹੁੰਦਾ ਕਿ ਜਿਵੇਂ ਚੌਂਕੇ ਦੀ ਰਸੋਈ, ਭਾਵ ਸਮਝੇ ਤਾਂ ਹੁਣ ਚਾਰੇ ਵਰਨ ਬੈਠ ਕੇ ਇੱਕ ਚੌਂਕਾ ਵੀ, ਮੈਂ ਤਾਂ ਜੀ ਵੈਸ਼ਨਵ ਹਾਂ ਜਾਂ ਮੈਂ ਆਪਣਾ ਚੌਂਕਾ ਬਣਾ ਕੇ ਰਸੋਈ ਆਪਣਾ ਭੋਜਨ ਛਕਦਾ। ਜਿਹੜੇ ਇਸ ਤਰ੍ਹਾਂ ਵੱਖਰੀ ਚੌਂਕਾ ਹੁੰਦਾ, ਦੇਖ ਹੈ ਚੌਂਕਾ ਕੱਢੀ ਕਾਰ, ਆਸਾ ਦੀ ਵਾਰ ਦੇ ਵਿੱਚ ਬਚਨ ਆਉਂਦਾ। ਉਹ ਜਿਹੜੇ ਹਨ, ਜਿਵੇਂ ਆਮ ਆਪਾਂ ਅੱਗੇ ਪੁਰਾਣੀਆਂ ਬੀਬੀਆਂ ਸ਼ਬਦ ਵਰਤਦੇ ਚੁੱਲ੍ਹਾ ਚੌਂਕਾ, ਉਹ ਫਿਰ ਕਾਰ ਕੱਢ ਲੈਂਦੇ ਲਖੀਰ ਕੇ ਇੰਨੀ ਜਗ੍ਹਾ ਪਵਿੱਤਰ ਕਰ ਲਈ ਹੈ, ਹੁਣ ਭੋਜਨ ਤਿਆਰ ਹੋਊਗਾ, ਹੁਣ ਅਸੀਂ ਛਕਾਂਗੇ। ਇਹੋ ਜਿਹੇ ਜਿਹੜੇ ਸਨ ਗੁਰੂ ਸਮੀਪ ਜਾਏ ਨਹਿ ਸੋਈ, ਉਹ ਨਹੀਂ ਸੀ ਮਹਾਰਾਜ ਦੇ ਕੋਲ ਜਾਂਦੇ, ਕਿਉਂਕਿ ਉੱਥੇ ਮਰਜ਼ਾਦਾ ਇਹ ਸੀ ਭਾਈ ਪੰਗਤ 'ਚ ਬੈਠੋ। ਤੇ ਜਿਹੜੇ ਹੁਣ ਆਪਣਾ ਅਲੱਗ ਬਣਾ ਕੇ ਛਕਣਾ ਹੁੰਦਾ, ਉਹ ਫਿਰ ਮਹਾਰਾਜ ਕੋਲੇ ਕਿਵੇਂ ਜਾ ਵੜਨ, ਉਹ ਨਹੀਂ ਸਨ ਜਾਂਦੇ। ਜਾਮ ਦਿਵਸ ਕੇ ਰਹੇ ਗੁਸਾਈ, ਇਉਂ ਫਿਰ ਜਦੋਂ ਪਹਿਰ ਰਾਤ ਜਿਹੜਾ ਦਿਨ ਇੱਕ ਪਹਿਰ ਰਹਿ ਜਾਂਦਾ, ਫਿਰ ਮਾਲਕ ਪੰਜ ਇਸ਼ਨਾਨਾ ਕਰੈ ਤਦਾਈ, ਫਿਰ ਸਤਿਗੁਰੂ ਜੀ ਪੰਜ ਇਸ਼ਨਾਨਾ ਕਰਦੇ ਹਨ। ਸਭਾ ਵਿਖੈ ਸ਼ੁਭ ਆਸਨ ਬੈਸੇ, ਫਿਰ ਦੀਵਾਨ ਲੱਗ ਜਾਂਦਾ ਹੈ, ਸ਼ੁਭ ਆਸਣ ਲੱਗ ਜਾਂਦਾ, ਮਹਾਰਾਜ ਬੈਠਦੇ ਹਨ। ਸੁਰਨ ਸਹਿਤ ਵਿਸ਼ਨੂੰ ਹੈ ਜੈਸੇ, ਇਉਂ ਬੈਠੇ ਸਿੱਖਾਂ ਵਿੱਚ ਜਿਵੇਂ ਦੇਵਤਿਆਂ ਵਿੱਚ ਵਿਸ਼ਨੂੰ ਭਗਵਾਨ ਬਹਿੰਦੇ। ਚਾਹੁੰ ਦਿਸ ਪਰਿਵਾਰਤ ਸਿੱਖ ਆਏ, ਤੇ ਚਾਰੇ ਪਾਸੇ ਪਰਿਵਾਰ ਵਾਂਗੂ, ਜਿਵੇਂ ਇਹ ਤਾਂ ਪਹਿਲਾਂ ਵੀ ਇੱਕ ਦਿਨ ਦੱਸਿਆ ਸੀ, ਆਲੇ ਦੁਆਲੇ ਸਾਰੇ ਪਰਿਵਾਰ ਵਾਂਗ ਸਿੱਖ ਆ ਕੇ ਬਹਿ ਜਾਂਦੇ। ਉਰਚਰ ਰਬਾਬੀ ਸ਼ਬਦਨ ਗਾਏ, ਫਿਰ ਰਬਾਬੀ ਭਾਈ ਸੁਣ ਸ਼ਬਦ ਕੀਰਤਨ ਕਰਦੇ। ਸਕਲ ਪ੍ਰੇਮ ਕਰ ਸੁਨਹਿ ਸੋ ਦਾਸ, ਸਾਰੇ ਸਿੱਖ ਸੇਵਕ ਪ੍ਰੇਮ ਕਰਕੇ ਸੁਣਦੇ। ਸੰਧਿਆ ਸੋਦਰ ਪਠ ਰਹਿ ਰਾਸ, ਸੰਧਿਆ ਦੇ ਸਮੇਂ ਰਹਿ ਰਾਸ ਸੋਦਰ ਦਾ ਪਾਠ ਹੁੰਦਾ ਹੈ। ਆਰਤ ਪੜ ਪੁਨ ਦੇਗ ਅਚਾਵਹਿ, ਫਿਰ ਗੁਰਮੁਖੋ ਆਰਤੀ ਦਾ ਹੁੰਦਾ ਪੜ ਕੇ ਫਿਰ ਭਾਈ ਦੇਗ ਲੰਗਰ ਜਿਹੜਾ ਛਕਿਆ ਜਾਂਦਾ ਹੈ। ਬੈਠ ਇਕੰਤ ਧਿਆਨ ਪ੍ਰਭ ਲਾਵਹਿ, ਫਿਰ ਮਹਾਰਾਜ ਇਕਾਂਤ ਵਿੱਚ ਬੈਠ ਕਰਕੇ ਧਿਆਨ ਲਾਉਂਦੇ ਆਪਣੇ ਨਿਜ ਸਰੂਪ ਨਾਲ। ਬੈਠੈ ਸੰਗਤ ਨਿਸ ਹੋਇ ਜਾਮ, ਇਉਂ ਸੰਗਤ ਵਿੱਚ ਬੈਠ ਕੇ ਫਿਰ ਜਦੋਂ ਪਹਿਰ ਰਾਤ ਹੋ ਜਾਂਦੀ, ਇੱਕ ਪਹਿਰ ਹੋ ਜਾਂਦਾ ਹੈ। ਸੋਹਿਲਾ ਪਠ ਜਾਵੈ ਸਭ ਧਾਮ, ਸੋਹਿਲਾ ਕੀਰਤਨ ਸੋਹਿਲਾ ਬਾਣੀ ਪੜ੍ਹ ਕੇ ਫਿਰ ਸਾਰੇ ਘਰ ਨੂੰ ਜਾਂਦੇ, ਸੋਹਿਲਾ ਸਾਹਿਬ ਦੇ ਸ਼ਬਦਾਂ ਦਾ ਪਾਠ ਕਰਕੇ। ਸਤਿਗੁਰ ਤਪਿਆਣੇ ਨਿਸ ਜਾਵੈ, ਰਾਤ ਨੂੰ ਸਤਿਗੁਰੂ ਜੀ ਤਪਿਆਣਾ ਸਾਹਿਬ ਜਿੱਥੇ ਛੰਨ ਕੁੱਲੀ ਪਾਈ ਉੱਥੇ ਜਾਂਦੇ। ਨਿਤਮ ਪ੍ਰਤ ਅਸ ਕਰਮ ਕਮਾਵੈ, ਇਹ ਜਿਹੜਾ ਕਰਮ ਹੈ ਇਹ ਸੰਤ ਰੇਣ ਜੀ ਕਹਿੰਦੇ ਭਾਈ ਮਹਾਰਾਜ ਨਿਤਾ ਪ੍ਰਤੀ ਕਰਦੇ ਸਨ। ਜੋ ਸਿੱਖ ਅਸ ਗੁਰ ਸ਼ਰਣੀ ਆਵੈ, ਜੋ ਵੀ ਗੁਰੂ ਕਾ ਸਿੱਖ ਗੁਰੂ ਸਾਹਿਬ ਦੇ ਇਸ ਤਰ੍ਹਾਂ ਸ਼ਰਨ ਵਿੱਚ ਆਉਂਦਾ ਹੈ। ਨਿਸ਼ਚੈ ਸੋਈ ਪਰਮ ਪਦ ਪਾਵੈ, ਉਹ ਨਿਸ਼ਚੈ ਸਹਿਤ ਭਾਈ ਜੋ ਉਸ ਵੱਡੇ ਪਦ ਨੂੰ ਆਤਮ ਪਦ ਨੂੰ ਪਾ ਲੈਂਦਾ ਹੈ।
ਇੱਕ ਰਸ ਬ੍ਰਿਤ ਸਮਾਨ ਜਿਨ ਕੈਰੀ। ਜਿਨ੍ਹਾਂ ਨੇ ਇੱਕ ਰਸ ਜਿਹੜੀ ਬਿਰਤੀ ਹੈ ਗੁਰੂ ਸਾਹਿਬ ਦੀ ਸਮਾਨ ਕੀਤੀ ਹੋਈ ਹੈ, ਵੀ ਇੱਕ ਰਸ ਸਮਾਨ ਬਿਰਤੀ ਹੈ। ਰਾਗ ਦ્વੈਸ਼ ਮਿੱਤਰ ਨਹਿ ਬੈਰੀ। ਕੋਈ ਅੰਦਰ ਰਾਗ ਈਰਖਾ ਦ્વੈਸ਼ ਨਹੀਂ, ਕੋਈ ਇਹ ਨਹੀਂ ਆ ਮੇਰਾ ਮਿੱਤਰ ਹੈ ਮੇਰਾ ਬੈਰੀ ਹੈ। ਸਦਾ ਆਨੰਦ ਭੇ ਪ੍ਰੇਮ ਰਸ ਪਾਗੇ। ਸਦਾ ਹੀ ਆਨੰਦ ਵਿੱਚ ਪ੍ਰੇਮ ਰਸ ਵਿੱਚ ਪੁੱਗੇ ਭਾਵ ਰਚੇ ਰਹਿੰਦੇ। ਸ੍ਰੀ ਨਾਨਕ ਜਸ ਮੋਹ ਨਿਤ ਲਾਗੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਸ ਵਿੱਚ ਨਿਤ ਲੱਗੇ ਰਹਿੰਦੇ ਹਮੇਸ਼ਾ ਹੀ। ਗੋਰਖ ਆਦ ਸਿੱਧ ਸਭ ਪੂਰੇ। ਇਉਂ ਫਿਰ ਪਤਾ ਲੱਗਿਆ ਸਿੱਧਾਂ ਨੂੰ ਵੀ ਕਿ ਗੁਰੂ ਨਾਨਕ ਦੇ ਮਹਾਰਾਜ ਨੇ ਗੁਰਤਾ ਗੱਦੀ ਆਪਣੇ ਗੁਰਸਿੱਖ ਭਾਈ ਲਹਿਣੇ ਨੂੰ ਬਖਸ਼ਿਸ਼ ਕਰਕੇ ਆਪਣਾ ਹੀ ਸਰੂਪ ਬਣਾ ਕੇ ਗੁਰੂ ਅੰਗਦ ਦੇ ਮਹਾਰਾਜ ਸਰੂਪ ਦੇ ਵਿੱਚ ਦੂਜਾ ਰੂਪ ਧਾਰਿਆ ਹੈ। ਤਾਂ ਜਿੰਨੇ ਗੋਰਖ ਇਤਿਆਦਿਕ ਸਾਰੇ ਸਿੱਧ ਹਨ। ਇੱਕ ਦਿਨ ਕਰ ਵਿਚਾਰ ਸਭ ਰੂਰੇ। ਤਾਂ ਉਹਨਾਂ ਨੇ ਇੱਕ ਦਿਨ ਸਾਰਿਆਂ ਨੇ ਸੁੰਦਰ ਵਿਚਾਰ ਕੀਤੀ। ਸ੍ਰੀ ਨਾਨਕ ਅਸਥਾਨਹਿ ਜੌਨ। ਕਿ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਥਾਨ ਤੇ ਬਿਰਾਜਮਾਨ ਹੈ। ਕੈਸੋ ਅਹਿ ਬਿਲੋਕਹੁ ਤਾਨ। ਚਲੋ ਭਾਈ ਸਿੱਧੋ ਚੱਲੀਏ, ਦੇਖਦੇ ਹਾਂ ਉਹ ਕਿਹੋ ਜਿਹੇ ਨੇ, ਜਾ ਕੇ ਉਹਨਾਂ ਦੇ ਆਪਾਂ ਦਰਸ਼ਨ ਕਰੀਏ। ਆਪ ਸੁਹਤੋ ਮਹਿਦ ਮਹੀਆਨ। ਆਪ ਸੁਹਤੋ ਮਹਿਦ ਮਹੀਆਨ। ਮਹਿਦ ਕਹੀਏ ਵੱਡੇ ਤੋਂ ਵੱਡਾ। ਵੀ ਆਪ ਤਾਂ ਜਿਹੜੇ ਗੁਰੂ ਨਾਨਕ ਦੇਵ ਜੀ ਸੀ ਉਹ ਤਾਂ ਮਹਿਦ ਮਹੀਆਨ ਸਨ, ਉਹ ਤਾਂ ਵੱਡਿਆਂ ਤੋਂ ਵੀ ਵੱਡੇ ਸੀ। ਕਰ ਦਿਗ ਵਿਜੈ ਪੁੱਜੇ ਸਭ ਥਾਨ। ਉਹ ਤਾਂ ਦੇਖੋ ਸਾਰੇ ਸਥਾਨਾਂ ਨੂੰ ਦਿਗ ਵਿਜੇ ਕਰਕੇ ਪਹੁੰਚੇ, ਭਾਵ ਜਿੱਥੇ ਵੀ ਪਹੁੰਚੇ ਦਿਗ ਵਿਜੇ ਹੁੰਦਾ, ਸਾਰਿਆਂ ਤੇ ਜਿੱਤ ਪ੍ਰਾਪਤ ਕਰਨ ਵਾਲਾ। ਪੀਰ ਨਾ ਮੀਰ ਅਰਿਓ ਤਿਨ ਆਗੇ। ਉਹਨਾਂ ਦੇ ਅੱਗੇ ਕੋਈ ਵੱਡਾ ਪੀਰ ਕੀ ਮੀਰ ਕੀ ਕੋਈ ਨਹੀਂ ਅੜਿਆ। ਹਾਰ ਸਭਨ ਚਰਨੀ ਤਿਨ ਲਾਗੇ। ਸਭ ਉਹਨਾਂ ਦੇ ਅੱਗੇ ਹਾਰ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨੀ ਲੱਗ ਗਏ। ਇਮ ਵਿਚਾਰ ਸਭ ਹੀ ਚੱਲ ਆਏ। ਇਹ ਕਹਿੰਦੇ ਹੁਣ ਆਪਾਂ ਸਿੱਧ ਕਹਿੰਦੇ ਵੇਖੀਏ ਵੀ ਗੁਰੂ ਅੰਗਦ ਦੇ ਮਹਾਰਾਜ ਉਨੀ ਤਾਕਤ ਹੈ, ਉਹ ਕਿਰਪਾ ਉਵੇਂ। ਚਲੋ ਇਹ ਵਿਚਾਰ ਕਰਕੇ ਫਿਰ ਸਿੱਧ ਚੱਲ ਕੇ ਆ ਗਏ। ਸ੍ਰੀ ਸਤਿਗੁਰ ਕੇ ਦਰਸ਼ਨ ਪਾਏ। ਸ੍ਰੀ ਗੁਰੂ ਅੰਗਦ ਦੇ ਮਹਾਰਾਜ ਦੇ ਆ ਕੇ ਦਰਸ਼ਨ ਕੀਤੇ। ਗੋਰਖ ਭਰਥਰ ਚਰਪਟ ਸਾਥ। ਕੌਣ ਨੇ ਭਾਈ? ਗੋਰਖ ਦੇ ਨਾਲ ਭਰਥਰੀ ਹੈ, ਚਰਪਟ ਨਾਥ ਹੈ, ਇਹ ਸਾਥ ਹਨ। ਗੋਪੀ ਚੰਦ ਸੋ ਈਸ਼ਰ ਨਾਥ। ਗੋਪੀ ਚੰਦ ਈਸ਼ਰ ਨਾਥ ਹੈ। ਇਸ ਤਰ੍ਹਾਂ ਦੇ ਸਿੱਧ ਨਾਥ ਹਨ। ਅੰਗਦ ਸ੍ਰੀ ਸਿੰਘਾਸਨ ਬੈਸੇ। ਗੁਰੂ ਅੰਗਦ ਦੇ ਮਹਾਰਾਜ ਜੀ ਸੁਭਾਏਮਾਨ ਸਿੰਘਾਸਣ ਤੇ ਬੈਠੇ ਐ। ਆਏ ਕਰੀ ਆਦੇਸ਼ ਆਦੇਸੇ। ਤੇ ਇਹਨਾਂ ਸਿੱਧਾਂ ਨਾਥਾਂ ਨੇ ਆ ਕੇ ਆਦੇਸ਼ ਕਿਹਾ ਹੈ। ਤਿਨ ਕੇ ਮਨ ਕੀ ਸਭ ਗੁਰ ਜਾਨੀ। ਗੁਰੂ ਸਾਹਿਬ ਨੇ ਉਹਨਾਂ ਦੇ ਮਨ ਦੀ ਸਾਰਾ ਜਾਣ ਲਿਆ। ਸਾਦਰ ਮਦਰ ਭਾਖ ਕਰ ਬਾਨੀ। ਬਹੁਤ ਹੀ ਸਤਿਕਾਰ ਦੇ ਸਹਿਤ ਮਦਰ ਕਹੀਏ ਮਿੱਠਾ। ਇਹ ਜਿਹੜਾ ਹੈ ਮਦਰ ਸ਼ਬਦ ਬਣਿਆ ਇੰਗਲਿਸ਼ ਦੇ ਵਿੱਚ, ਇਹ ਅਸਲ ਵਿੱਚ ਮਿੱਠੇ ਤੋਂ ਬਣਿਆ ਹੈ। ਕਿ ਅੰਗਰੇਜ਼ੀ ਵਿੱਚ ਕਹਿੰਦੇ ਮਦਰ, ਫਿਰ ਪੰਜਾਬੀ ਵਿੱਚ ਮਾਂ ਆ ਗਿਆ, ਭਾਵ ਵੀ ਜੋ ਸਭ ਤੋਂ ਮਿੱਠਾ ਮੇਵਾ ਹੈ ਜ਼ਿੰਦਗੀ ਦਾ ਉਹ ਮਦਰ ਹੈ, ਮਾਂ ਹੈ। ਤੇ ਇਹ ਮਿੱਠੇ ਸ਼ਬਦ ਤੋਂ ਬਣਿਆ ਹੈ। ਮਹਾਰਾਜ ਨੇ ਕਿਹਾ ਸਾਦਰ ਮਦਰ ਭਾਖ ਕਰ ਬਾਨੀ। ਜਿਹੜਾ ਮਦਰ ਸ਼ਬਦ ਹੈ ਫਾਰਸੀ ਦਾ ਹੈ, ਵੈਸੇ ਉਧਰੋਂ ਆਇਆ ਸੀ। ਹੌਲੀ ਹੌਲੀ ਜਿਵੇਂ ਬਰਾਦਰ ਸ਼ਬਦ ਵੀ ਹੈ, ਬਰਾਦਰ ਤੋਂ ਹੀ ਬਦਲ ਕੇ ਬ੍ਰਦਰ ਬਣ ਗਿਆ। ਬਰਾਦਰ ਵੀ ਫਾਰਸੀ ਦਾ ਸ਼ਬਦ ਸੀ। ਬਹੁਤ ਸ਼ਬਦ ਜਿਹੜੇ ਨੇ ਦੂਜੀਆਂ ਭਾਸ਼ਾਵਾਂ ਦੇ ਵਿੱਚ ਕਨਵਰਟ ਹੋ ਜਾਂਦੇ, ਥੋੜਾ ਜਿਹਾ ਰੂਪ ਬਦਲਾ ਕੇ ਜਿਹੜੇ ਚਲੇ ਜਾਂਦੇ ਹਨ, ਉਹਨਾਂ ਦਾ ਥੋੜਾ ਜਿਹਾ ਨਾਮ ਬਦਲ ਜਾਂਦਾ ਹੈ। ਜਿਵੇਂ ਹੁਣ ਸੰਸਕ੍ਰਿਤ ਦੇ ਵਿੱਚ ਸੰਕਰਾਂਤ, ਤੇ ਇੱਧਰ ਆਉਂਦਾ ਹਿੰਦੀ ਤੇ ਆਪਣੇ ਪੰਜਾਬੀ ਵਿੱਚ ਫਿਰ ਇਹਦਾ ਰੂਪ ਬਣ ਗਿਆ ਸੰਗਰਾਂਦ।
ਰਹੋ ਵਿਚਾਰ। ਸਾਦਰ ਮਦਰ ਭਾਖ ਕਰ ਬਾਨੀ, ਸਤਕਾਰ ਨਾਲ ਮਿੱਠੇ ਬਚਨ ਕਹਿ ਕਰਕੇ ਬੈਠਾਰੇ ਆਸਨ ਸੁਭ ਦਏ, ਸੁਭ ਆਸਣ ਦੇ ਕਰਕੇ ਸਭ ਨੂੰ ਬਿਠਾਇਆ ਹੈ। ਗੋਰਖ ਤਬ ਪ੍ਰਸੰਨ ਮਨ ਭਏ, ਤੇ ਗੋਰਖ ਜਿਹੜਾ ਸੀ ਮੁਖੀ ਸੀ ਸਾਰਿਆਂ ਦਾ, ਉਹ ਬਹੁਤ ਪ੍ਰਸੰਨ ਹੋਇਆ ਹੈ। ਕਹਿਓ ਜੋਗ ਕੋ ਅਦਕ ਮਹਾਤਮ, ਕਹਿਣ ਲੱਗਿਆ ਜੀ ਜਿਹੜਾ ਜੋਗ ਹੈ ਇਹਦਾ ਬਹੁਤ ਵੱਡਾ ਮਹੱਤਵ ਹੈ। ਬਿਨਾ ਜੋਗ ਨਹਿ ਪਈਐ ਆਤਮ, ਬਿਨਾ ਜੋਗ ਤੋਂ ਆਤਮ ਜਿਹੜਾ ਹੈ ਆਤਮਾ ਪ੍ਰਾਪਤੀ ਨਹੀਂ ਹੁੰਦੀ, ਪਾਇਆ ਨਹੀਂ ਜਾਂਦਾ ਆਤਮ ਪਦ। ਪ੍ਰਥਮ ਸਕਲ ਜੇ ਭਏ ਮਹਾਨ, ਪਹਿਲਾਂ ਵੀ ਜਿੰਨੇ ਹਨ ਮਹਾਨ ਵੱਡੇ ਵੱਡੇ ਹੋਏ ਹਨ। ਘਰ ਘਰ ਜੋਗ ਸੋ ਪਾਇਓ ਗਿਆਨ, ਕਿਉਂਕਿ ਉਹਨਾਂ ਪਰਖ ਕਰਨੀ ਸੀ, ਸਵਾਲ ਕੀਤਾ ਨਾ, ਉਹਨਾਂ ਨੇ ਵੀ ਕਹਿੰਦੇ ਮਹਾਰਾਜ ਜੋਗ ਕਰ ਕਰਕੇ ਹੀ ਗਿਆਨ ਪਾਇਆ। ਤੁਮ ਕਲ ਯੁਗ ਕੇ ਗੁਰੂ ਕਹਾਵਹੁ, ਤੇ ਤੁਸੀਂ ਮਹਾਰਾਜ ਕਲਯੁਗ ਦੇ ਗੁਰੂ ਕਹਾਉਂਦੇ ਹੋ। ਦੇਹ ਮਤੰਤ ਨਾਹੇ ਕਛ ਪਾਵਹੁ, ਤੋ ਕਿਰਪਾ ਕਰਕੇ ਦੇਹ ਮਤੰਤ, ਮਤੰਤ ਨਾਮ ਹੈ ਮੰਤਰ ਦਾ, ਦੇਹ ਮਤੰਤ ਨਾਹੇ ਕਛ ਪਾਵੋ, ਤੋ ਆਪ ਜੀ ਮੰਤਰ ਦੇਹ ਕਰਕੇ ਕਿਰਪਾ ਕਰੋ। ਨਾਹੇ ਕਛ ਪਾਵੋ, ਤੁਸੀਂ ਮੰਤਰ ਦਿੰਦੇ ਹੋ ਤੇ ਨਹੀਂ ਕੁਛ ਪਾਉਂਦੇ, ਤੁਸੀਂ ਜੋਗ ਇਤਿਆਦਿਕ ਨਹੀਂ ਕਰਦੇ। ਕਬਿਤ ਨਾਥ ਤਬ ਬੋਲਿਓ ਜੋਗ ਓਜ ਝੱਕ ਝੋਲਿਓ, ਨਾਥ ਤਬ ਬੋਲਿਓ ਜੋਗ ਓਜ ਝੱਕ ਝੋਲਿਓ। ਨਾਥ ਜਿਹੜਾ ਹੈ ਉਹ ਕਹਿਣ ਲੱਗਿਆ ਵੀ ਜੋ ਜੋਗ ਹੈ ਨਾ ਇਹ ਪੂਰੇ ਬਲ ਨਾਲ ਝੱਕ ਝੋਲਿਓ, ਪੂਰੇ ਬਲ ਦੇ ਨਾਲ। ਨਿਜ ਕੇਤੇ ਚੱਕਰ ਭੇਦੇ ਕੇਤੇ ਪੰਖੁਰੀ ਹੈ ਤਾਹੇ ਕੀ, ਕਹਿੰਦੇ ਨਿਜ ਕੇਤੇ ਚੱਕਰ, ਆਪਣੇ ਜਿੰਨੇ ਵੀ ਚੱਕਰ ਜੋਗੀਆਂ ਦੇ ਹੁੰਦੇ ਸੀ ਉਹਨਾਂ ਨੂੰ ਭੇਦਣਾ। ਪੰਖਰੀ ਹੈ ਤਾਹੇ ਕੀ, ਪੰਖਰੀ ਨਾਮ ਹੈ ਪੰਖੜੀਆਂ, ਇਹ ਜਿੰਨੀਆਂ ਵੀ ਹਨ ਜੋਗ ਦੀਆਂ ਸਭ ਪੰਖੜੀਆਂ ਹਨ। ਦੇਹੀ ਕੇਤੀ ਪੌਣ ਤ੍ਰਿਪਤਾਵੈ ਧਾਰ ਕੌਣ, ਤੇ ਜਿਹੜਾ ਸਰੀਰ ਹੈ ਦੇਹੀ ਕੇਤੀ ਪੌਣ, ਪੌਣ ਦਾ ਭਾਵ ਹੈ ਹਵਾ, ਇਹ ਦੇਹੀ ਹੈ ਜਿਹੜੀ ਕਿੰਨੀ ਜੋ ਪੌਣ ਚੱਲਦੀ ਹੈ। ਤ੍ਰਿਪਤਾਵੈ ਧਾਰ ਕੌਣ, ਇਹਨੂੰ ਕੌਣ ਤ੍ਰਿਪਤਾਵੇ। ਔਰ ਪੰਜ ਤਤ ਕਹੋ ਜੋ ਰਖੀਖ ਪੰਜ ਜਾਹੇ ਕੀ, ਹੋਰ ਜਿਹੜੇ ਪੰਜ ਤਤ ਹੈ ਉਹ ਦੱਸੋ ਜੋ ਰਖੀਕ ਨਾਮ ਹੈ। ਗੁਰਮੁਖੋ ਇੰਦਰੀਆਂ ਦਾ ਰਖੀਕ ਪੰਜ ਜਾਹੇ ਕੀ, ਜਿਹੜੀਆਂ ਪੰਜ ਇੰਦਰੀਆਂ ਹਨ। ਗੁਣ ਔ ਸੁਭਾਏ ਸਭ ਤਤਨ ਕੇ ਕਹੇ ਅਬ, ਫਿਰ ਜਿਹੜੇ ਗੁਣ ਨੇ ਸੁਭਾਅ ਹੈ, ਤੱਤਾਂ ਦਾ ਗੁਣ ਕੀ ਹੈ ਤੇ ਤੱਤ ਦਾ ਸੁਭਾਅ ਕੀ ਹੈ। ਜਿਵੇਂ ਅੱਗ ਦਾ ਸੁਭਾਅ ਗਰਮ ਹੈ, ਪਾਣੀ ਦਾ ਸੁਭਾਅ ਠੰਡਾ ਹੈ ਤਰਲ, ਉਹ ਸਾਰੇ ਕਹੇ। ਪ੍ਰਿਥਕ ਪ੍ਰਿਥਕ ਵਿਦ ਸਭੈ ਦੇਹ ਮਾਹੇ ਕੀ, ਪ੍ਰਿਥਕ ਪ੍ਰਿਥਕ ਇਹ ਵੀ ਸਾਰਿਆਂ ਦੀ ਦੇਹੀ ਦੇ ਵਿੱਚ ਵੱਖਰੇ ਵੱਖਰੇ ਜਿਹੜੇ ਹਨ ਤਰ੍ਹਾਂ ਦੇ ਹਨ। ਉਤਰ ਬਤਾਵੋ ਤੋ ਗੁਰੂ ਕਹਿਲਾਵੋ ਤੁਮ, ਮਹਾਰਾਜ ਤੁਸੀਂ ਹੁਣ ਗੁਰੂ ਕਹਾਉਂਦੇ ਹੋ। ਗੁਰੂ ਅੰਗਦ ਦੇ ਪਾਤਸ਼ਾਹ ਜੀ, ਗੁਰੂ ਨਾਨਕ ਪਾਤਸ਼ਾਹ ਦੀ ਜਗ੍ਹਾ ਤੇ ਕਿਰਪਾ ਕਰਕੇ ਉੱਤਰ ਦੱਸੋ। ਨਾ ਤੋ ਉਪਦੇਸ਼ ਲੀਜੈ ਤਜੋ ਮਤ ਕਾਹੇ ਕੀ, ਜੇ ਨਹੀਂ ਉੱਤਰ ਦੇਣਾ ਫਿਰ ਸਾਡਾ ਉਪਦੇਸ਼ ਲੈ ਲਓ। ਤੇ ਤਜੋ ਮਤ ਕਾਹੇ ਕੀ, ਆਪਣਾ ਮਤ ਜਿਹੜਾ ਛੱਡ ਕੇ ਤੁਸੀਂ ਜੋਗੀ ਬਣ ਜਾਵੋ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਜੋ ਗੁਰਮੁਖੋ ਉਪਦੇਸ਼ ਦਿੱਤਾ ਹੈ ਉਹ ਸੰਖੇਪ ਰੂਪ ਦੇ ਵਿੱਚ ਸੰਤਰੇਣ ਜੀ ਨੇ ਕਿਹਾ ਹੈ, ਉਹ ਆਪਾਂ ਇੱਥੋਂ ਕੱਲ ਅੱਗੇ ਕਥਾ ਸਰਵਣ ਕਰਾਂਗੇ। ਜੋ ਇਹਨਾਂ ਨੇ ਕਿਹਾ ਜੋਗੀਆਂ ਨੇ ਸਵਾਲ ਰੂਪ, ਇੱਥੋਂ ਹੀ ਆਪਾਂ ਸ਼ੁਰੂ ਕਰ ਲਾਂ ਗੱਲ, ਫਿਰ ਸਮਝ ਆ ਜਾਊਗੀ। ਨਾਥ ਤਬ ਬੋਲਿਓ ਜੋਗ ਓਜ ਝੱਕ ਝੋਲਿਓ, ਇੱਥੋਂ ਕਬਿਤ ਤੋਂ ਹੀ ਕਿ ਕਿਉਂਕਿ ਉਹ ਪਰਖਣ ਵਾਸਤੇ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਇਹੀ ਸਵਾਲ ਕਰਨੇ ਕਿ ਜਾਂ ਤਾਂ ਉੱਤਰ ਦਿਓ ਨਹੀਂ ਸਾਡੇ ਮੱਤ ਚ ਆ ਜਾਓ। ਹੁਣ ਉਹ ਪਰਖਣ ਹੀ ਆਏ ਸੀ, ਮਹਾਰਾਜ ਉਹੀ ਪੂਰਨ ਹੈ, ਉਸੇ ਤਰ੍ਹਾਂ ਹੀ ਜੋਤ ਗੁਰੂ ਨਾਨਕ ਸਾਹਿਬ ਦੀ। ਤੇ ਸਤਿਗੁਰੂ ਨੇ ਫਿਰ ਨਿਰੁੱਤਰ ਕਰ ਦਿੱਤੇ। ਫਿਰ ਉਹ ਚਰਨੀ ਪਇਓ ਕਥਾ ਅੱਗੇ ਕੱਲ ਆਪਾਂ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ,
ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।